तिस अंतर रवै हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचार सीम। जे को गुरमुख होए। एह बाणी महापुरख की निज कर वासा होए। सुनिए ईश्वर बर्मा इंद। सुनिए मुख सलाहण मंद। सुनिए जोग जुगत तन भेद। सुनिए शास्त्र सिमरत वेद। नानक भगतां सदा विगास। सुनिए दुख पाप का नाश। नानक भगतां सदा विगास। सुनिए दुख पाप का नाश। वाहिगुरु जी का खालसा वाहिगुरु जी की फतेह। जपजी साहिब जी दी बाणी दा इनौवां बंद, 9वीं पौड़ी, जिसका मूल पाठ अज आप जी ने सरवण किया है। इसकी विचार भाई सुखजीत सिंह जी कन्हैया आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्यवाद। संगरांद कल 14 तरीक नूं है। तीसरे पातशाह गुरु अमरदास महाराज जी का प्रकाश गुरपुरब परसों 15 तरीक नूं है, जो शाम नूं 6 बजे तो लैके रात 10:30 बजे तक इसे ही स्थान ते बहुत श्रद्धा चाह उमा सत्कार दे नाल मनाया जाना है। 13, 14, 15 3 रोज़ा गुरबाणी विरसा संभाल संस्था वालों साचे मेल मिलाए दे इस स्लोगन
ਅਧੀਨ ਗੁਰੂ ਕੀ ਬਾਣੀ ਦੀ ਇਹ ਪੰਕਤੀ ਹੈ। ਇਸ ਨੂੰ ਆਧਾਰ ਬਣਾ ਕੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਦੇ ਮੁੱਖ ਸੇਵਾਦਾਰ ਦਾਸ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਬੇਨਤੀ ਹੈ ਕਿ ਸ਼੍ਰੀਮਾਨ ਮਹੰਤ ਹਰਬੰਸ ਸਿੰਘ ਜੀ ਦੀ ਸਾਲਾਨਾ ਯਾਦ ਅਤੇ ਸੇਵਾ ਪੰਥੀ ਸੰਪਰਦਾ ਦੇ ਵਿੱਚੋਂ ਟਿਕਾਣਾ ਸਾਹਿਬ ਦੇ ਜਿਹੜੇ ਪਹਿਲੇ ਸੇਵਾਦਾਰ ਹੋਏ ਨੇ, ਉਹਨਾਂ ਦੀ ਯਾਦ ਵਿੱਚ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 9:45 ਵਜੇ ਤੱਕ ਸਮਾਗਮ ਹੋਏਗਾ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਜਿਨ੍ਹਾਂ ਗੁਰਸਿੱਖਾਂ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਨੀ ਹੋਵੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਜੋ ਸਿੱਖ ਜਥਾ ਜਾਣਾ ਹੈ, ਅੱਜ 13 ਤਰੀਕ ਹੈ। ਅੱਜ ਸ਼ਾਮ ਤੱਕ ਆਪਣੇ ਪਾਸਪੋਰਟ, 4 ਫੋਟੋ, 200 ਰੁਪਈਆ ਵੀਜ਼ਾ ਫੀਸ, ਆਧਾਰ ਕਾਰਡ ਜਾਂ ਇਲੈਕਸ਼ਨ ਕਾਰਡ ਦੀ ਕਾਪੀ ਆਪ ਜੀ ਜਮ੍ਹਾਂ ਕਰਵਾ ਸਕਦੇ ਹੋ। ਗੁਰਦੁਆਰਾ ਰਕਾਬਗੰਜ ਸਾਹਿਬ ਜੋ ਦਿੱਲੀ ਕਮੇਟੀ ਦਾ ਮੁੱਖ ਦਫ਼ਤਰ ਹੈ, ਤਾਂ ਹੀ ਸਮੇਂ ਨਾਲ ਯੋਗ ਪ੍ਰਬੰਧ ਜੋ ਹੈ ਯਾਤਰਾ ਦਾ ਕੀਤਾ ਜਾ ਸਕੇਗਾ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਵਲੰਟੀਅਰ ਸੇਵਾ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਜੋ 550 ਬੱਚੇ ਅਡਾਪਟ ਕੀਤੇ ਗਏ ਹਨ, ਉਸ ਸੇਵਾ ਦੇ ਵਿੱਚ ਵੀ ਆਪ ਜੀ ਹਿੱਸਾ ਪਾਓ, ਤਾਂ ਕਿ ਕਿਉਂਕਿ ਉਹ ਬੱਚੇ ਨੇ ਜਿਨ੍ਹਾਂ ਦੇ ਮਾਂ-ਪਿਓ ਨਹੀਂ ਹੈਗੇ ਜਾਂ ਹੈਗੇ ਨੇ, ਉਹ ਇਤਨੇ ਗਰੀਬ ਨੇ ਕਿ ਫੀਸਾਂ, ਕਿਤਾਬਾਂ, ਵਰਦੀਆਂ ਲੈ ਕੇ ਨਹੀਂ ਦੇ ਸਕਦੇ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਸੇਵਾ ਦੇ ਵਿੱਚ ਆਪਣਾ ਜ਼ਰੂਰ ਹਿੱਸਾ ਪਾਓ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮਨ ਲੋਚੈ ਹਰਿ ਮਿਲਣ ਕੋ, ਕਿਉ ਦਰਸ਼ਨ ਪਾਈਆ। ਮੈਂ ਲਖ ਵਿੜ ਤੇ ਸਾਹਿਬਾ, ਜੇ ਬਿੰਦ ਬੁਲਾਈਆਂ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇ ਵੱਡ ਨਾ ਸਾਈਆਂ। ਮੈਂ ਦਸਹੋ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆਂ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਸਗਲ ਦੁਆਰ ਕੋ ਛਾਡ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ,
ਗੋਬਿੰਦ ਦਾਸ ਤੁਹਾਰ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਾਲਾ ਪ੍ਰੀਤਮ ਦੁਖ ਨਿਵਾਰਨ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਦੇ ਅੰਦਰ ਜੁੜ ਕਰਕੇ ਆਪ ਸਭ ਸੰਗਤ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਨੇ ਸ਼ਬਦ ਵਿਚਾਰ ਵਾਸਤੇ ਜੋ ਸਮਾਂ ਝੋਲੀ ਵਿੱਚ ਪਾਇਆ, ਉਸ ਸਮੇਂ ਨੂੰ ਸਫਲਾ ਬਣਾਉਂਦੇ ਹੋਏ ਆਓ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਨਮੁਖ ਦੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੁਰੋਂ ਦਰਗਾਹੋਂ ਆਈ ਹੋਈ ਉਸ ਅਕਾਲੀ ਬਾਣੀ ਦੀ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਰੋਜ਼ਾਨਾ ਆਪ ਸਭ ਸੰਗਤ ਸਰਵਣ ਕਰਦੇ ਹੋ। ਜਿਸ ਪਾਵਨ ਬਾਣੀ ਦੇ ਵਿੱਚੋਂ ਜਿਸ ਪੌੜੀ ਦੀ ਵਿਚਾਰ ਅੱਜ ਸਤਿਗੁਰੂ ਨੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਉਣੀ ਹੈ, ਉਹ ਜਪਜੀ ਸਾਹਿਬ ਜੀ ਦੀ 9ਵੀਂ ਪੌੜੀ ਦਾ ਸ਼ਬਦ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ। ਜਪਜੀ ਸਾਹਿਬ ਦੇ ਅੰਦਰ ਇਹ ਜੋ 4 ਪੌੜੀਆਂ ਨੇ, ਜਿਹਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨ ਦਾ ਮਹਾਤਮ ਦੱਸਿਆ, ਸੁਣਿਆ ਸ਼ਬਦ ਦੀ ਵਰਤੋਂ ਕੀਤੀ। ਕਿਉਂਕਿ ਅਧਿਆਤਮ ਦੇ ਰਸਤੇ ਦੇ ਉੱਤੇ ਪਰਮਾਤਮਾ ਦੀ ਬ੍ਰਹਮ ਦੀ ਸੋਝੀ ਵਾਸਤੇ 3 ਪੜਾਅ ਨੇ। ਸਭ ਤੋਂ ਪਹਿਲਾ ਪੜਾਅ ਹੈ ਸਰਵਣ ਦਾ, ਦੂਸਰਾ ਮੰਨਣ ਦਾ, ਤੀਸਰਾ ਨਿਧਿਆਸਨ ਦਾ। ਜਦੋਂ ਬੰਦਾ ਭਗਤੀ ਦੇ ਰਾਹ ਤੇ ਤੁਰਦਾ ਹੈ, ਪਰਮਾਤਮਾ ਦੇ ਰਾਹ ਤੇ ਤੁਰਦਾ ਹੈ, ਪਹਿਲਾਂ ਪਰਮਾਤਮਾ ਦੇ ਗੁਣਾਂ ਨੂੰ ਸੁਣ ਕਰਕੇ ਪਰਮਾਤਮਾ ਨਾਲ ਪ੍ਰੇਮ ਪੈਂਦਾ ਹੈ। ਜਦੋਂ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਪ੍ਰੇਮ ਭਰੇ ਬਚਨ ਸੁਣਦੇ ਹਾਂ ਵੀ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਐਸਾ ਪ੍ਰਤਾਪੀ ਚਿਹਰਾ, ਐਸੇ ਪ੍ਰਤਾਪੀ ਮੂਰਤ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਦੀਦਾਰੇ ਕੀਤਿਆਂ ਹੀ ਦੁੱਖ ਦੂਰ ਹੋ ਜਾਂਦੇ ਨੇ। ਜਦੋਂ ਸਤਿਗੁਰੂ ਦੀ ਵਡਿਆਈ ਸੁਣਦੇ ਆ, ਫਿਰ ਸਤਿਗੁਰੂ ਦੇ ਉੱਤੇ ਭਰੋਸਾ ਵੱਜਦਾ। ਇਸ ਕਰਕੇ ਪਰਮਾਤਮਾ ਦੇ ਰਾਹ ਤੇ ਤੁਰਨ ਵਾਸਤੇ ਸਭ ਤੋਂ ਪਹਿਲਾ ਪੜਾਅ ਹੈ ਪਰਮਾਤਮਾ ਦੇ ਗੁਣਾਂ ਨੂੰ ਸੁਣਨ ਦਾ। ਫਿਰ ਸੁਣ ਕਰਕੇ ਮਨ ਵਿੱਚ ਵਸਾ ਕਰਕੇ ਉਹਨਾਂ ਤੇ ਭਰੋਸਾ ਰੱਖ ਕੇ ਮੰਨਣ ਦਾ, ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਮਨ ਵਿੱਚ ਭਰੋਸਾ ਧਾਰ ਕੇ ਮੰਨ ਕੇ ਫਿਰ ਨਿਧਿਆਸਨ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਨ ਦਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕਿਆਂ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਸੱਚੇ ਪਾਤਸ਼ਾਹ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਚਨ ਆਉਂਦੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੰਸਾਰ ਦੇ ਤਖਤੇ ਦੇ ਉੱਤੇ ਵਿਅਕਤੀ ਸਚਿਆਰ ਪਦ ਦੀ ਪ੍ਰਾਪਤੀ ਕਿਵੇਂ ਕਰ ਸਕਦਾ ਹੈ, ਸਚਿਆਰਤਾ ਨੂੰ ਕਿਵੇਂ ਹਾਸਲ ਹੋ ਸਕਦਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਵਾਬ ਵੀ ਦਿੱਤਾ ਕਿ ਉਸ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲਾ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਸਚਿਆਰ ਪਦ ਨੂੰ ਪ੍ਰਾਪਤ ਹੁੰਦਾ ਹੈ। ਪਰ ਪਾਤਸ਼ਾਹ ਜੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ ਵਿਅਕਤੀ ਕਿਵੇਂ ਚੱਲ ਸਕਦਾ ਹੈ? ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਰਪਾ ਕਰਕੇ ਇਹ ਬਚਨ ਕੀਤੇ ਵੀ ਸਿੱਖੋ, ਨੌਦਾ ਭਗਤੀ ਜਿਹੜਾ ਵੀ ਵਿਅਕਤੀ ਆਪਣੇ ਜੀਵਨ ਵਿੱਚ ਕਮਾਉਂਦਾ ਹੈ, ਉਹ ਸਚਿਆਰਤਾ ਨੂੰ ਪ੍ਰਾਪਤ ਹੁੰਦਾ ਹੈ, ਸਚਿਆਰ ਬਣ ਜਾਂਦਾ ਹੈ, ਖਾਲਸਾ ਬਣ ਜਾਂਦਾ ਹੈ। ਖਾਲਸਾ ਜੀ 9 ਦਾ ਭਗਤੀ ਭਾਵ 9 ਤਰੀਕੇ ਦੀ ਭਗਤੀ, ਜਿਹੜੀ 9 ਤਰੀਕੇ ਦੀ ਭਗਤੀ ਸਤਿਗੁਰੂ ਨੇ ਕਿਹਾ ਵੀ ਸਿੱਖ ਨੇ ਰੋਜ਼ ਕਰਨੀ ਹੈ,
ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਸਰਵਣ ਭਗਤੀ ਹੈ। ਪ੍ਰਥਮ ਅਸਥਾਨ ਤੇ ਸੁਣਨ ਦੀ ਭਗਤੀ ਨੂੰ ਸਭ ਤੋਂ ਪਹਿਲਾ ਸਥਾਨ ਦਿੱਤਾ। ਜਿਹੜਾ ਵਿਅਕਤੀ ਰੋਜ਼ਾਨਾ ਪ੍ਰਮਾਤਮਾ ਦੇ ਗੁਣ ਸੁਣਦਾ ਹੈ, ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ, ਗੁਰਬਾਣੀ ਦਾ ਪਾਠ ਸੁਣਦਾ ਹੈ, ਗੁਰਬਾਣੀ ਦੀ ਵਿਚਾਰ ਸੁਣਦਾ ਹੈ, ਗੁਰਬਾਣੀ ਨੂੰ ਸੁਣਨਾ, ਪ੍ਰਮਾਤਮਾ ਦੇ ਗੁਣਾਂ ਨੂੰ ਸੁਣਨਾ, ਇਹ ਵੀ ਆਪਣੇ ਆਪ ਦੇ ਵਿੱਚ ਸਭ ਤੋਂ ਸ੍ਰੇਸ਼ਟ ਤੇ ਉੱਤਮ ਭਗਤੀ ਹੈ। ਪ੍ਰਥਮ ਭਗਤੀ ਹੈ ਸਰਵਣ ਭਗਤੀ। ਦੂਸਰੇ ਅਸਥਾਨ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਦੂਸਰੀ ਹੈ ਕੀਰਤਨ ਭਗਤੀ। ਜਦੋਂ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਕੇ ਕੀਰਤਨੀਏ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਦੇ ਨੇ, ਤੇ ਜਾਂ ਸੰਗਤ ਦਰਬਾਰ ਦੇ ਵਿੱਚ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੀਰਤਨ ਸੁਣਦੀ ਹੈ, ਕੀਰਤਨ ਕਰਨਾ ਤੇ ਕੀਰਤਨ ਸੁਣਨਾ ਇਹ ਵੀ ਪ੍ਰਮਾਤਮਾ ਦੀ ਭਗਤੀ ਹੈ। ਪਹਿਲੀ ਹੈ ਸਰਵਣ ਭਗਤੀ, ਫਿਰ ਕੀਰਤਨ ਭਗਤੀ, ਉਸ ਤੋਂ ਬਾਅਦ ਪਾਦ ਸੇਵਨ ਭਗਤੀ। ਭਾਵ ਕੀਰਤਨ ਸੁਣਨਾ, ਕੀਰਤਨ ਕਰਨਾ, ਪ੍ਰਮਾਤਮਾ ਦੇ ਗੁਣਾਂ ਨੂੰ ਸੁਣਨਾ, ਪ੍ਰਮਾਤਮਾ ਦੀ ਸਿਫਤ ਕਰਨਾ। ਉਸ ਤੋਂ ਬਾਅਦ ਪਾਦ ਸੇਵਨ ਭਗਤੀ, ਭਾਵ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨ ਉਹ ਸਦਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਇਸ ਤਰ੍ਹਾਂ ਪਾਦ ਸੇਵਨ ਭਗਤੀ। ਤੇ ਫਿਰ ਉਸ ਤੋਂ ਬਾਅਦ ਬੰਦਨਾ ਭਗਤੀ, ਕਿ ਰੋਜ਼ਾਨਾ ਗੁਰੂ ਦਰਬਾਰ ਦੇ ਵਿੱਚ ਜਾ ਕਰਕੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਅੱਗੇ ਡੰਡੋਤ ਕਰਨੀ, ਪਰਮਾਤਮਾ ਅੱਗੇ ਬੰਦਨਾ ਕਰਨੀ, ਪਰਮਾਤਮਾ ਅੱਗੇ ਝੁਕ ਕਰਕੇ ਪਰਮਾਤਮਾ ਦੀ ਸਿਫਤ ਕਰਨੀ, ਪਰਮਾਤਮਾ ਦੇ ਗੁਣ ਗਾਉਣੇ। ਬੰਦਨਾ ਭਗਤੀ, ਅਰਚਨ ਭਗਤੀ, ਸਖਾ ਭਗਤੀ, ਆਤਮ ਨਿਵੇਦਨ ਭਗਤੀ, ਦਾਸ ਭਗਤੀ, ਪ੍ਰੇਮਾ ਭਗਤੀ। ਸੋ ਨੌਦਾ ਭਗਤੀ ਦੇ ਵਿੱਚ ਵੀ ਸਭ ਤੋਂ ਪਹਿਲੇ ਸਥਾਨ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰਵਣ ਭਗਤੀ ਨੂੰ ਰੱਖਿਆ ਕਿ ਸੁਣਨ ਦੀ ਭਗਤੀ ਸਭ ਤੋਂ ਵੱਡੀ ਭਗਤੀ ਹੈ। ਇਸੇ ਕਰਕੇ ਰੋਜ਼ਾਨਾ ਗੁਰ ਸ਼ਬਦ ਦੀ ਵਿਚਾਰ ਕਰਦੇ ਹੋਏ ਸਤਿਗੁਰੂ ਦੇ ਵਜ਼ੀਰ, ਸਤਿਗੁਰੂ ਦੇ ਸੇਵਕ ਇਸ ਗੱਲ ਦੇ ਉੱਤੇ ਬਾਰ-ਬਾਰ ਜ਼ੋਰ ਦਿੰਦੇ ਕਿ ਭਾਈ ਸਿੱਖੋ, ਰੋਜ਼ਾਨਾ ਗੁਰੂ ਦਰਬਾਰ ਵਿੱਚ ਜਾ ਕਰਕੇ ਗੁਰਬਾਣੀ ਦਾ ਕੀਰਤਨ ਸੁਣਨਾ, ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਸੁਣਨੀ, ਕਿਉਂਕਿ ਗੁਰ ਸ਼ਬਦ ਦੀ ਵਿਚਾਰ ਨੇ ਹੀ ਇਸ ਸੰਸਾਰ ਦੇ ਜੀਵ ਨੂੰ ਸਚਿਆਰ ਬਣਾਉਣਾ ਤੇ ਸਾਨੂੰ ਅਲਪੱਗ ਜੀਵਾਂ ਨੂੰ ਸਚਿਆਰ ਪਦ ਦੀ ਪ੍ਰਾਪਤੀ ਕਰਾਉਣੀ ਹੈ। ਤੇ ਜੋ ਸਚਿਆਰ ਪਦ ਦੀ ਪ੍ਰਾਪਤੀ ਕਰਦਾ ਹੈ ਉਹੀ ਅਸਲ ਮਾਇਨੇ ਦੇ ਵਿੱਚ ਖਾਲਸਾ ਕਹਾਉਂਦਾ ਹੈ। ਕਿਉਂਕਿ ਜਿਹੜਾ ਸਚਿਆਰ ਹੈ, ਸਚਿਆਰ ਦਾ ਹੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਰੂਪ ਦਿੱਤਾ, ਉਹ ਖਾਲਸੇ ਦਾ ਰੂਪ ਦਿੱਤਾ। ਅਤੇ ਮਹਾਨ ਕੋਸ਼ ਦੇ ਅੰਦਰ ਭਾਈ ਕਾਹਨ ਸਿੰਘ ਨਾਭਾ ਜੀ ਨੇ 4 ਤਰ੍ਹਾਂ ਦੇ ਦਰਸ਼ਨਾਂ ਦਾ ਜ਼ਿਕਰ ਕੀਤਾ। ਜਿੱਥੇ 9 ਤਰ੍ਹਾਂ ਦੀ ਭਗਤੀ ਹੈ, ਉੱਥੇ 4 ਤਰ੍ਹਾਂ ਦੇ ਦਰਸ਼ਨ ਨੇ। ਉਹਦੇ ਵਿੱਚ ਸਭ ਤੋਂ ਪਹਿਲੇ ਦਰਸ਼ਨ ਦੇ ਵਿੱਚ ਸਰਵਣ ਦਰਸ਼ਨ ਮੰਨਿਆ ਗਿਆ ਕਿ ਪਰਮਾਤਮਾ ਦੇ ਗੁਣਾਂ ਨੂੰ ਸੁਣ ਕਰਕੇ ਵੀ ਪਰਮਾਤਮਾ ਦੇ ਦੀਦਾਰੇ ਹੁੰਦੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਰੱਬ ਦੇ ਗੁਣ ਸੁਣਦੇ, ਰੱਬ ਦੇ ਗੁਣ ਗਾਉਂਦੇ ਆ, ਉਦੋਂ ਫਿਰ ਪਰਮਾਤਮਾ ਦੇ ਦੀਦਾਰੇ ਹੁੰਦੇ ਨੇ ਗੁਣਾਂ ਨੂੰ ਸੁਣ ਕਰਕੇ। ਸਭ ਤੋਂ ਪਹਿਲਾਂ ਮੰਨਿਆ ਗਿਆ ਸਰਵਣ ਦਰਸ਼ਨ, ਦੂਸਰਾ ਮੰਨਿਆ ਗਿਆ ਚਿੱਤਰ ਦਰਸ਼ਨ। ਵੈਸੇ ਸਿੱਖ ਚਿੱਤਰ ਦਾ ਪੁਜਾਰੀ ਨਹੀਂ, ਪਰ ਕਿਸੇ ਚਿੱਤਰ ਨੂੰ ਵੇਖ ਕਰਕੇ ਗੁਰੂ ਨੂੰ ਯਾਦ ਆ ਜਾਣਾ, ਇਸ ਨੂੰ ਚਿੱਤਰ ਦਰਸ਼ਨ ਵੀ ਮੰਨਿਆ ਜਾਂਦਾ। ਸੋ ਦੂਸਰਾ ਚਿੱਤਰ ਦਰਸ਼ਨ, ਤੀਸਰਾ ਸੁਪਨ ਦਰਸ਼ਨ, ਕਿ ਸੁਪਨੇ ਦੇ ਵਿੱਚ ਵੀ ਪਰਮਾਤਮਾ ਦੀ ਕਿਰਪਾ ਰਹਿਮਤ ਦੇ ਨਾਲ ਕਈ ਵਾਰ ਸੁਰਤ ਦੇ ਵਿੱਚ, ਸੁਪਨੇ ਦੇ ਵਿੱਚ ਗੁਰੂ ਜੋਤ ਦੇ, ਗੁਰ ਸ਼ਬਦ ਦੇ ਦੀਦਾਰੇ ਹੋ ਜਾਣਾ। ਜੋ ਸਿੱਖ ਅਭਿਆਸੀ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਉਹ ਇਹ ਅਕਸਰ ਆਪਣੇ ਜੀਵਨ ਵਿੱਚ ਅਨੁਭਵ ਕਰਦੇ ਕਿ ਬਾਣੀ ਪੜ੍ਹਨ ਵਾਲੇ ਗੁਰਸਿੱਖ, ਅਭਿਆਸ ਕਰਨ ਵਾਲੇ ਗੁਰਸਿੱਖ ਜਦੋਂ ਨੀਂਦ ਵਿੱਚ ਹੁੰਦੇ ਨੇ, ਸੁਪਨੇ ਵਿੱਚ ਹੁੰਦੇ ਨੇ, ਤਾਂ ਕਈ ਅਭਿਆਸੀ ਸਿੱਖ ਸੁਪਨਿਆਂ ਦੇ ਵਿੱਚ ਵੀ ਗੁਰੂ ਘਰ ਆ ਕਰਕੇ ਸੇਵਾ ਵਿੱਚ ਹੀ ਜੁਟੇ ਰਹਿੰਦੇ ਨੇ। ਕਈ ਅਭਿਆਸੀ ਸਿੱਖ ਸੁਪਨਿਆਂ ਦੇ ਵਿੱਚ ਵੀ ਗੁਰ ਅਸਥਾਨਾਂ ਦੇ ਦੀਦਾਰੇ ਕਰਦੇ ਨੇ।
ਸੋ ਇਸੇ ਕਰਕੇ ਪਹਿਲਾ ਸਰਵਣ ਦਰਸ਼ਨ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਫਿਰ ਪ੍ਰਤੱਖ ਦਰਸ਼ਨ। ਪਰ ਮੇਰੇ ਕਹਿਣ ਤੋਂ ਭਾਵ ਕਿ ਇੱਥੇ ਵੀ ਸਭ ਤੋਂ ਪਹਿਲਾਂ ਸਰਵਣ ਨੂੰ ਭਾਵ ਸੁਣਨ ਨੂੰ ਮਹਾਤਮ ਦਿੱਤਾ ਕਿ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਉਸੇ ਮਹਾਤਮ ਨੂੰ ਦਰਸਾਉਂਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ 4 ਪੌੜੀਆਂ ਸੁਣਨ ਦੇ ਉੱਤੇ ਦੱਸੀਆਂ ਵੀ ਸੁਣਨ ਦਾ ਮਹਾਤਮ ਕੀ ਹੈ। ਤੇ ਇਹਨਾਂ 4 ਪੌੜੀਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੀ ਦੱਸਿਆ ਕਿ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਪ੍ਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ, ਉਹੀ ਸਿੱਧਾਂ ਪੀਰਾਂ ਜੋਗੀਆਂ ਦੀ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਉਹਦੇ ਅੰਦਰ ਹੀ ਸਤ ਦਾ ਨਿਵਾਸ ਹੁੰਦਾ ਹੈ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਤੇ ਜਿਹੜਾ ਹੀ ਪ੍ਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਗੁਰੂ ਕੀ ਬਾਣੀ ਨੂੰ ਸੁਣਦਾ ਹੈ, ਪ੍ਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ ਤੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੇ ਉੱਤੇ ਨਾ ਕਾਲ ਦਾ ਪ੍ਰਭਾਵ ਪੈਂਦਾ ਤੇ ਨਾ ਹੀ ਦੁੱਖਾਂ ਦਾ ਪ੍ਰਭਾਵ ਪੈਂਦਾ। ਅਤੇ ਖਾਲਸਾ ਜੀ, ਇਸ ਪੌੜੀਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜਿੱਥੇ ਸੁਣਨ ਦਾ ਮਹਾਤਮ ਵੀ ਦੱਸਿਆ, ਉੱਥੇ ਵੀ ਦੱਸਿਆ ਵੀ ਸੁਣਨ ਤੋਂ ਬਾਅਦ ਪਰਮਾਤਮਾ ਦੇ ਪਿਆਰੇ ਨੂੰ, ਜਿਹੜਾ ਪਰਮਾਤਮਾ ਦੇ ਗੁਣ ਸੁਣਦਾ ਹੈ, ਉਹਨੂੰ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ ਵਿਗਾਸ ਦੀ। ਵਿਗਾਸ ਤੋਂ ਭਾਵ ਸਦਾ ਖੇੜੇ ਵਿੱਚ ਰਹਿਣਾ, ਸਦਾ ਖਿੜਿਆ ਰਹਿਣਾ। ਤੇ ਜਦੋਂ ਵਿਗਾਸ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਤੂੰ ਹੁਣ ਰੱਬ ਦਾ ਭਗਤ ਹੋ ਗਿਆ, ਰੱਬ ਦਾ ਭਗਤ ਬਣ ਗਿਆ। ਕਿਉਂਕਿ ਦੁਨੀਆ ਦੇ ਵਿੱਚ ਅਕਸਰ ਲੋਕ ਮੁਰਝਾਏ ਰਹਿੰਦੇ, ਸੰਸਾਰ ਦੀਆਂ ਚਿੰਤਾਵਾਂ ਦੇ ਵਿੱਚ, ਪਰੇਸ਼ਾਨੀਆਂ ਦੇ ਵਿੱਚ, ਤਕਲੀਫਾਂ ਦੇ ਵਿੱਚ ਹਰ ਇੱਕ ਵਿਅਕਤੀ ਮੁਰਝਾਇਆ ਹੈ। ਪਰ ਦੁਨੀਆ ਦੀ ਤਕਲੀਫਾਂ ਪਰੇਸ਼ਾਨੀਆਂ ਦੇ ਵਿੱਚ ਵੀ ਜੇ ਕੋਈ ਖੇੜੇ ਵਿੱਚ ਹੈ, ਵਿਗਾਸ ਵਿੱਚ ਹੈ, ਤੇ ਪਰਮਾਤਮਾ ਦਾ ਭਗਤ ਹੈ, ਪਰਮਾਤਮਾ ਦਾ ਪਿਆਰਾ ਹੈ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿ ਕਰਕੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਕਰਕੇ ਸਦਾ ਖਿੜਿਆ ਰਹਿ ਰਿਹਾ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਵੀ ਜਦੋਂ ਰੱਬ ਦੀ ਮਿਹਰ ਹੋ ਜਾਂਦੀ ਹੈ, ਰੱਬ ਦਾ ਭਗਤ ਹੋ ਜਾਂਦਾ ਹੈ ਕੋਈ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੈਨੀ ਵਿੱਚੇ ਮਾਇਆ ਪਾਇਆ। ਜਦੋਂ ਰੱਬ ਦੀ ਮਿਹਰ ਹੋ ਜਾਂਦੀ ਹੈ, ਜਦੋਂ ਰੱਬ ਦੀ ਮਿਹਰ ਦੇ ਨਾਲ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੁੜ ਜਾਂਦੀ ਹੈ, ਤੇ ਵਿਅਕਤੀ ਸੰਸਾਰ ਦੀ ਮਾਇਆ ਵਿੱਚ ਰਹਿ ਕਰਕੇ, ਸੰਸਾਰ ਦੀ ਮਾਇਆ ਤੋਂ ਨਿਰਲੇਪ ਹੋ ਕੇ ਨਿਰੰਕਾਰ ਨੂੰ ਹਾਸਲ ਜ਼ਰੂਰ ਕਰਦਾ, ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਜਿੱਥੇ ਸੁਣਨ ਬਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੱਸਦੇ, ਇਹ ਵੀ ਦੱਸਿਆ ਵੀ ਭਗਤ ਬਣਦਾ ਪਰਮਾਤਮਾ ਦੇ ਨਾਮ ਨੂੰ ਸੁਣ ਕੇ, ਤੇ ਭਗਤ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ ਵਿਗਾਸ ਦੀ, ਖੇੜੇ ਦੀ। ਤੇ ਕਹਿੰਦੇ ਜਦੋਂ ਵਿਗਾਸ ਦੀ, ਖੇੜੇ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਉਦੋਂ ਫਿਰ ਸਭ ਤੋਂ ਵੱਡੀ ਦਾਤ, ਜਿਸ ਦਾਤ ਕਰਕੇ ਹਰ ਇੱਕ ਵਿਅਕਤੀ ਭੱਜ ਰਿਹਾ ਵੀ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ, ਦੁੱਖਾਂ ਦੀ ਬੰਦ ਖਲਾਸੀ ਹੋ ਜਾਵੇ, ਦੁੱਖਾਂ ਤੋਂ ਮੁਕਤੀ ਹੋ ਜਾਵੇ। ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨ ਲੱਗ ਪਿਆ, ਜਦੋਂ ਪਰਮਾਤਮਾ ਦਾ ਭਗਤ ਹੋ ਗਿਆ, ਜਦੋਂ ਪਰਮਾਤਮਾ ਦੇ ਭਗਤ ਨੂੰ ਵਿਗਾਸ ਦੀ ਅਵਸਥਾ ਪ੍ਰਾਪਤ ਹੋ ਗਈ, ਉਦੋਂ ਫਿਰ ਦੁੱਖ ਪਾਪ ਕਾ ਨਾਸ, ਦੁੱਖਾਂ ਤੇ ਪਾਪਾਂ ਦਾ ਵੀ ਨਾਸ ਹੋ ਜਾਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਕਰਦੇ ਨੇ, ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਪੌੜੀ ਦੀ ਵਿਚਾਰ ਨੂੰ ਆਰੰਭ ਕਰੀਏ। ਸਤਿਗੁਰੂ ਗੁਰੂ ਸਾਹਿਬ ਬਚਨ ਕਰਦੇ ਨੇ, ਸੁਣਿਆ ਈਸਰ ਬਰਮਾ ਇੰਦ। ਸ਼੍ਰੀ ਅਮੀਰ ਭੰਡਾਰ ਦੇ ਵਿੱਚ ਜੋ ਨਿਰਮਲੇ ਸੰਪਰਦਾਇ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ, ਉਸ ਵਿੱਚ ਇਹਨਾਂ ਪੌੜੀਆਂ ਦੇ ਅਰਥ ਕੀਤੇ ਗਏ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਪਾਤਸ਼ਾਹ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦੇ ਨੇ ਕਿ ਆਪ ਜੀ ਨੇ ਦੱਸਿਆ ਵੀ ਪਰਮਾਤਮਾ ਦੇ ਨਾਮ ਨੂੰ ਜਪੋ, ਪਰਮਾਤਮਾ ਦੇ ਨਾਮ ਦੀ ਕਲਾ ਦੁਨੀਆ ਦੇ ਵਿੱਚ ਵਰਤ ਰਹੀ ਹੈ, ਹਰ ਇੱਕ ਵਸਤੂ ਪਰਮਾਤਮਾ ਦੇ ਨਾਮ ਦੇ ਵਿੱਚ ਚੱਲ ਰਹੀ ਹੈ, ਹੁਕਮ ਦੇ ਵਿੱਚ ਚੱਲ ਰਹੀ ਹੈ, ਪਰ ਨਾਮ ਦਾ ਮਹਾਤਮ ਕੀ ਹੈ?
ਇੱਥੇ ਇਤਨੀਆਂ ਇਤਨੀਆਂ ਸਾਧਨਾ ਵਾਲੇ ਸਿੱਧ ਬੈਠੇ ਨੇ, ਪੀਰ ਬੈਠੇ ਨੇ। ਦੁਨੀਆ ਬਣਾਉਣ ਵਾਲੇ ਈਸ਼ਰ ਵੀ ਹੈ, ਬ੍ਰਹਮਾ ਵੀ ਮੰਨਿਆ ਗਿਆ, ਤਿੰਨ ਮੰਨੇ ਗਏ, ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਮੰਨੇ ਗਏ ਵੀ ਇੱਕ ਸੰਸਾਰ ਦੀ ਉਤਪਤੀ ਕਰ ਰਿਹਾ ਹੈ, ਇੱਕ ਸੰਸਾਰ ਦੀ ਪਾਲਣਾ ਕਰ ਰਿਹਾ, ਇੱਕ ਸੰਸਾਰ ਨੂੰ ਸਮੇਟ ਰਿਹਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਭਾਵੇਂ ਤਿੰਨਾਂ ਦੀ ਉਥਾਨ ਕਹ ਦਿੱਤੀ ਜਾਂਦੀ ਹੈ, ਤਿੰਨ ਮੰਨੇ ਜਾਂਦੇ, ਪਰ ਅਸਲ ਮਾਇਨੇ ਵਿੱਚ ਉਹ ਪਰਮਾਤਮਾ ਖੁਦ ਹੀ ਹੈ ਜੋ ਸੰਸਾਰ ਦੀ ਉਤਪਤੀ ਵੀ ਕਰ ਰਿਹਾ ਹੈ, ਸੰਸਾਰ ਦੀ ਪਾਲਣਾ ਵੀ ਕਰ ਰਿਹਾ, ਸੰਸਾਰ ਨੂੰ ਸਮੇਟ ਵੀ ਰਿਹਾ। ਇੱਕ ਓੰਕਾਰ, ਓੰਕਾਰ ਦਾ ਭਾਵ ਹੀ ਹੈ ਵੀ ਉਤਪਤੀ ਵੀ ਖੁਦ ਕਰਦਾ ਹੈ, ਪਾਲਣਾ ਵੀ ਖੁਦ ਕਰਦਾ ਹੈ ਤੇ ਸਮੇਟਦਾ ਵੀ ਖੁਦ ਹੈ। ਪਰ ਸਿੱਧ ਕਹਿੰਦੇ ਦੁਨੀਆ ਵਿੱਚ ਤਿੰਨ ਕਿਉਂ ਮੰਨੇ ਗਏ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਿੱਧੋ, ਜਦੋਂ ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੇ ਹੁਕਮ ਨੂੰ, ਪਰਮਾਤਮਾ ਦੀ ਰਜ਼ਾ ਨੂੰ ਸੁਣਨ ਦਾ ਯਤਨ ਕਰਾਂਗੇ, ਉਦੋਂ ਫਿਰ ਸੰਸਾਰ ਦੀ ਉਤਪਤੀ, ਸੰਸਾਰ ਦੀ ਪਾਲਣ ਪੋਸ਼ਣ ਤੇ ਸੰਸਾਰ ਨੂੰ ਸਮੇਟਣ ਵਾਲਿਆਂ ਦੇ ਵੀ ਭੇਦ ਖੁੱਲ੍ਹ ਜਾਂਦੇ ਨੇ। ਭਾਵ ਈਸ਼ਰ, ਬ੍ਰਹਮਾ, ਇੰਦ, ਇਹਨਾਂ ਦੀ ਵੀ ਭੇਦ ਖੁੱਲ੍ਹ ਜਾਂਦੇ ਨੇ। ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਤਿੰਨੇ ਉਸ ਪਰਮਾਤਮਾ ਦੇ ਹੁਕਮ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਹੇ ਨੇ। ਅਮੀਰ ਭੰਡਾਰ ਦੇ ਵਿੱਚ ਇਹ ਵੀ ਉਥਾਨ ਕਾਈ ਹੈ, ਇਹ ਵੀ ਅਰਥ ਦਿੱਤੇ ਗਏ ਕਿ ਜੋ ਤਿੰਨ ਸ਼ਕਤੀਆਂ ਸੰਸਾਰ ਵਿੱਚ ਮੰਨੀਆਂ ਜਾਂਦੀਆਂ ਸੀ, ਅਸਲ ਵਿੱਚ ਇਹ ਤਿੰਨ ਸ਼ਕਤੀਆਂ ਵੀ ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਨੇ ਹੁਕਮ ਨੂੰ ਸੁਣ ਕਰਕੇ ਹੋਂਦ ਵਿੱਚ ਆਈਆਂ। ਪਰਮਾਤਮਾ ਦੇ ਹੁਕਮ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਸ਼ਕਤੀ ਆਪਣੇ ਆਪ ਪ੍ਰਗਟ ਨਹੀਂ ਹੁੰਦੀ। ਹਰ ਇੱਕ ਤਾਕਤ ਦੁਨੀਆ ਦੀ, ਹਰ ਇੱਕ ਸ਼ਕਤੀ ਦੁਨੀਆ ਦੀ, ਉਹ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਹੁਕਮ ਦੇ ਰਜ਼ਾ ਦੇ ਵਿੱਚ ਚੱਲ ਰਹੀ ਹੈ, ਪਰਮਾਤਮਾ ਦੇ ਭਾਣੇ ਵਿੱਚ ਚੱਲ ਰਹੀ ਹੈ। ਇਸੇ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਤੁਈ ਰਾਜ਼ ਰੋਜ਼ੀ ਦੇਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸਿੱਖੋ, ਦੁਨੀਆ ਦੇ ਵਿੱਚ ਜੇ ਕੋਈ ਜਨਮ ਦੇ ਰਿਹਾ ਤੇ ਪਰਮਾਤਮਾ ਨੇ ਦਿੱਤਾ ਹੈ, ਤੇ ਜੇ ਪਾਲਣ ਪੋਸ਼ਣ ਕੀਤਾ ਪਰਮਾਤਮਾ ਨੇ ਕੀਤਾ। ਤੂੰ ਹੀ ਰਾਜ਼ ਰੋਜ਼ੀ ਦੇਹੋ ਦਸਤਗੀਰ, ਜਨਮ ਦੇਣ ਵਾਲਾ ਵੀ ਤੂੰ ਹੀ ਹੈ, ਰੋਜ਼ੀ ਦੇਣ ਵਾਲਾ ਵੀ ਤੂੰ ਹੀ ਹੈ। ਇਨਸਾਨ ਨੂੰ ਛਕਣ ਵਾਸਤੇ ਭੋਜਨ ਦੇਣ ਵਾਲਾ ਵੀ ਤੂੰ ਹੀ ਹੈ, ਪਹਿਨਣ ਵਾਸਤੇ ਵਸਤਰ ਦੇਣ ਵਾਲਾ ਵੀ ਤੂੰ ਹੀ ਹੈ। ਤੇ ਕੇਵਲ ਰੋਜ਼ੀ ਹੀ ਨਹੀਂ ਦਿੰਦਾ, ਰਿਜ਼ਕ ਹੀ ਨਹੀਂ ਦਿੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਪਰਮਾਤਮਾ ਏਡਾ ਦਿਆਲੂ ਕਿਰਪਾਲੂ ਹੈ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਇਨਸਾਨ ਰੋਜ਼ਾਨਾ ਬੇਅੰਤ ਭੁੱਲਾਂ ਕਰਕੇ ਬੇਅੰਤ ਪਾਤਸ਼ਾਹ ਮਾਲਕ ਦੇ ਦਰਬਾਰ ਵਿੱਚ ਆਉਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਵੀ ਸਾਡੀ ਭੁੱਲ ਦੁਹਰਾਉਂਦੇ ਨਹੀਂ। ਕੋਈ ਵਿਅਕਤੀ ਭੁੱਲ ਕਰਕੇ ਸਤਿਗੁਰੂ ਦੇ ਦਰਬਾਰ ਵਿੱਚ ਝੁਕ ਜਾਵੇ ਤੇ ਮਹਾਰਾਜ ਹਰ ਇੱਕ ਭੁੱਲ ਨੂੰ ਬਖਸ਼ ਕਰਕੇ ਸਿੱਖ ਦੀ ਝੋਲੀ ਵਿੱਚ ਦਾਤ ਪਾ ਦਿੰਦੇ ਨੇ। ਅਸੀਂ ਤੇ ਨਿਤ ਭੁੱਲਾ ਕਰਦੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਜਿਵੇਂ ਸਮੁੰਦ, ਜਿਸ ਤਰ੍ਹਾਂ ਸਾਗਰ ਪਾਣੀ ਦੇ ਨਾਲ ਨੱਕਾ ਨੱਕ ਭਰਿਆ, ਇਸ ਤਰ੍ਹਾਂ ਸਾਡਾ ਜੀਵਨ ਸਾਡੀਆਂ ਭੁੱਲਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ। ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਏਡਾ ਦਿਆਲੂ ਕਿਰਪਾਲੂ ਹੈ, ਸਾਨੂੰ ਰੋਜ਼ੀ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਸਾਡੀਆਂ ਭੁੱਲਾਂ ਬਖਸ਼ਦਾ ਹੈ। ਕਲਗੀਧਰ ਜੀ ਕਹਿੰਦੇ ਕੇਵਲ ਭੁੱਲਾਂ ਬਖਸ਼ਦਾ ਹੀ ਨਹੀਂ, ਸਾਡੀਆਂ ਭੁੱਲਾਂ ਬਖਸ਼ ਕਰਕੇ, ਸਾਡੀ ਬਾਂਹ ਪਕੜ ਕਰਕੇ ਫਿਰ ਉਸ ਖੁਦਾ ਦੀ ਪਰਮਾਤਮਾ ਆਪਣੀ ਹੀ ਕਚਹਿਰੀ ਵਿੱਚ ਸਾਡੀ ਬੰਦ ਖਲਾਸੀ ਵੀ ਕਰ ਦਿੰਦਾ ਹੈ, ਲੇਖਾ ਜੋਖਾ ਵੀ ਪਾੜ ਦਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਕ ਬੋਲ ਆਪਾਂ ਸਰਵਣ ਕਰਦੇ ਹਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਾਸੀਠ। ਕਿ ਜੋ ਸਤਿਗੁਰੂ ਦੀ ਮੈਂ ਵਡਿਆਈ ਸੁਣੀ ਹੈ ਨਾ, ਕਿ ਸਤਿਗੁਰੂ ਬੰਦ ਖਲਾਸੀ ਕਰਦਾ, ਸਤਿਗੁਰੂ ਮੁਕਤੀ ਕਰਦਾ, ਸਤਿਗੁਰੂ ਜੀਵਾਂ ਦੇ ਦੁੱਖ ਦੂਰ ਕਰਦਾ, ਮੈਂ ਅਸਲ ਮਾਇਨੇ ਵਿੱਚ ਉਹ ਸਤਿਗੁਰੂ ਨੂੰ ਉਸੇ ਰੂਪ ਦੇ ਵਿੱਚ ਵੇਖ ਵੀ ਲਿਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ।
ਕਹਿੰਦੇ ਜਿਹੜੇ ਪ੍ਰਮਾਤਮਾ ਤੋਂ ਵਿਛੜ ਜਾਂਦੇ ਨੇ, ਪ੍ਰਮਾਤਮਾ ਤੋਂ ਵਿਛੋੜਾ ਪੈ ਜਾਂਦਾ ਹੈ ਜਿਨ੍ਹਾਂ ਜੀਵ ਆਤਮਾਵਾਂ ਦਾ, ਇਹ ਸਤਿਗੁਰੂ ਏਡਾ ਦਿਆਲੂ ਕਿਰਪਾਲੂ ਹੈ, ਇਹ ਵਸੀਠ ਬਣ ਜਾਂਦਾ ਹੈ। ਵਸੀਠ ਤੋਂ ਭਾਵ ਹੈ ਵਕੀਲ ਬਣ ਜਾਂਦਾ ਹੈ। ਕਿਸੇ ਤੇ ਮੁਕੱਦਮਾ ਹੋਵੇ, ਵਕੀਲ ਮੁਕੱਦਮਾ ਲੜਦੇ ਨੇ, ਕਹਿੰਦੇ ਇਨਸਾਨ ਤੇ ਭੁੱਲਾਂ ਦੇ ਬੇਅੰਤ ਮੁਕੱਦਮੇ ਚੱਲਦੇ, ਇਹ ਸਤਿਗੁਰੂ ਏਡਾ ਦਿਆਲੂ ਕਿਰਪਾਲੂ ਹੈ, ਸਾਡਾ ਵਸੀਠ, ਸਾਡਾ ਵਕੀਲ ਬਣ ਕੇ ਸਾਡਾ ਮੁਕੱਦਮਾ ਲੜਦਾ ਹੈ ਤੇ ਸਾਡੀਆਂ ਭੁੱਲਾਂ ਬਖਸ਼ਵਾ ਦਿੰਦਾ ਹੈ। ਪਰਮਾਤਮਾ ਸਾਡੀਆਂ ਭੁੱਲਾਂ ਬਖਸ਼ ਦਿੰਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੇ ਹੁਕਮ ਨੂੰ ਸੁਣ ਕਰਕੇ ਹੀ ਸੰਸਾਰ ਦੀ ਉਤਪਤੀ, ਸੰਸਾਰ ਦੀ ਪਾਲਣ ਪੋਸ਼ਣ, ਸੰਸਾਰ ਨੂੰ ਸਮੇਟਣ ਦੇ ਭੇਦ ਖੁੱਲ੍ਹਦੇ ਹਨ। ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ, ਸੁਣਿਐ ਮੁਖ ਸਾਲਾਹਣ ਮੰਦ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਇਹ ਨਾਮ ਦੀ ਵਡਿਆਈ ਹੈ, ਨਾਮ ਦਾ ਮਹਾਤਮ ਹੈ। ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ, ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਪਰਮਾਤਮਾ ਦੀ ਸਿਫਤ ਨੂੰ ਸੁਣਦਾ ਹੈ, ਕਹਿੰਦੇ ਜਿਸ ਵਿਅਕਤੀ ਦਾ ਜੋ ਮੁਖ ਹੈ, ਜੋ ਰਸਨਾ ਕਦੇ ਨਾਮ ਨਹੀਂ ਜਪਦੀ, ਪਰਮਾਤਮਾ ਨੇ ਇਹ ਜ਼ਬਾਨ ਦਿੱਤੀ, ਇਹ ਰਸਨਾ ਦਿੱਤੀ, ਪਰ ਇਸ ਜ਼ਬਾਨ ਰਾਹੀਂ ਵਿਅਕਤੀ ਹਰ ਵਕਤ ਬੁਰਿਆਈ ਬੋਲਦਾ ਜਾਂ ਇੱਕ ਦੂਸਰੇ ਦੀ ਨਿੰਦਿਆ ਕਰਦਾ, ਫਿੱਕੇ ਬੋਲ ਬੋਲਦਾ। ਪਰ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਪਰਮਾਤਮਾ ਦੀ ਸਿਫਤ ਨੂੰ ਸੁਣਦਾ ਹੈ, ਕਹਿੰਦੇ ਇਹ ਜ਼ਬਾਨ ਵੀ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੀ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਬਚਨ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਵਿੱਚ ਪੜ੍ਹਦੇ ਹਾਂ, ਸੁਣੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਨੇ ਪ੍ਰਤੱਖ ਕਰ ਦਿੱਤਾ ਕਿ ਸਿੱਖੋ ਪਰਮਾਤਮਾ ਦੀ ਸਿਫਤ ਜਿਹੜਾ ਸੁਣਦਾ ਹੈ, ਜਿਹੜਾ ਪਰਮਾਤਮਾ ਦੀ ਵਡਿਆਈ ਸੁਣਦਾ ਹੈ, ਕਹਿੰਦੇ ਭਾਵੇਂ ਗੂੰਗਾ ਵੀ ਹੋਵੇ, ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਉਸ ਨੂੰ ਬੋਲਣ ਦੀ ਤਾਕਤ ਮਿਲ ਜਾਂਦੀ। ਖਾਲਸਾ ਜੀ, ਦੋਵੇਂ ਹੀ ਭਾਵ ਇਸ ਪੰਕਤੀ ਦੇ ਆਪਾਂ ਲੈ ਸਕਦੇ ਹਾਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜੁੜੇ ਹਾਂ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਵੀ ਇੱਥੇ ਸੰਸਾਰਕ ਤੌਰ ਤੇ ਜੋ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਛੱਜੂ ਝੀਵਰ ਦੇ ਸੀਸ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੀ ਮਿਹਰਾਂ ਭਰੀ ਛੜੀ ਟਿਕਾ ਦੇਣ, ਮਹਾਰਾਜ ਮਿਹਰ ਭਰੀ ਨਿਗਾਹ ਨਾਲ ਵੇਖ ਲੈਣ ਤੇ ਉਸ ਨੂੰ ਰੱਬ ਦੀ ਵਡਿਆਈ ਕਰਨ ਦੀ ਸਮਰੱਥਾ ਤਾਕਤ ਦੇ ਦਿੰਦੇ ਨੇ। ਪਰ ਤਾਂ ਜੇ ਉਹ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦਾ, ਤੇ ਦੂਸਰਾ ਭਾਵ ਇਹ ਵੀ ਆਪਾਂ ਕਵਾਂਗੇ ਵੀ ਇਹ ਤਾਂ ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਵੀ ਜਿਹੜਾ ਗੁੰਗਾ ਉਹਨੂੰ ਜ਼ਬਾਨ ਮਿਲਦੀ, ਪਰ ਅਸੀਂ ਤਾਂ ਦੁਨਿਆਵੀ ਤੌਰ ਤੇ ਬੋਲ ਸਕਦੇ ਹਾਂ। ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹਰ ਉਹ ਵਿਅਕਤੀ ਗੂੰਗਾ ਹੀ ਮੰਨਿਆ ਜਾਂਦਾ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਜਾਪ ਸਾਹਿਬ ਦਾ ਪਾਠ ਨਹੀਂ ਕਰਦਾ, ਤਉ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਆਨੰਦ ਸਾਹਿਬ ਦਾ ਪਾਠ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ। ਜਿਹੜਾ ਵੀ ਵਿਅਕਤੀ ਉੱਠ ਕੇ ਨਾਮ ਨਹੀਂ ਜਪਦਾ, ਵਾਹਿਗੁਰੂ ਸਿਮਰਨ ਦਾ ਅਭਿਆਸ ਨਹੀਂ ਕਰਦਾ, ਉਹਨੂੰ ਰੱਬ ਦੇ ਘਰ ਦੇ ਵਿੱਚ ਗੂੰਗਾ ਹੀ ਮੰਨਿਆ ਜਾਂਦਾ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਸੰਗਤ ਵਿੱਚ ਆ, ਸੰਗਤ ਦੀ ਘੜੀਆਂ ਦਾ ਆਨੰਦ ਮਾਣ, ਸੰਗਤ ਵਿੱਚ ਬੈਠ ਕਰਕੇ ਨਾਮ ਨੂੰ ਸੁਣ। ਆਪ ਸਾਰੇ ਅਨੁਭਵ ਕਰੋਗੇ ਵੀ ਜਦੋਂ ਸੰਗਤ ਵਿੱਚ ਆਉਂਦੇ ਆ, ਰੱਬ ਦੀ ਵਡਿਆਈ ਸੁਣਦੇ ਆ, ਗੁਰ ਸ਼ਬਦ ਦੀ ਵਿਚਾਰ ਸੁਣਦੇ ਆ ਨਾ, ਤੇ ਸਤਿਗੁਰੂ ਦੀ ਵਡਿਆਈ ਸੁਣਦੇ ਸੁਣਦੇ ਕਈ ਵਾਰ ਸਾਡੇ ਮੁਖੋਂ ਸਹਿਜ ਸੁਭਾਏ ਵਾਹਿਗੁਰੂ ਨਿਕਲ ਜਾਂਦਾ ਹੈ, ਵਾਹਿਗੁਰੂ ਸ਼ਬਦ ਨਿਕਲ ਜਾਂਦਾ ਹੈ ਸੰਗਤ ਵਿੱਚ ਆ ਕਰਕੇ। ਪਰ ਉਸ ਤਰ੍ਹਾਂ ਦਿਨ ਦੇ ਵਿੱਚ ਭਾਵੇਂ ਸਾਰਾ ਦਿਨ ਕੰਮਕਾਰ ਕਰਦੇ ਰਹੀਏ, ਕਈ ਵਾਰ ਚਾਹ ਕਰਕੇ ਵੀ ਵਾਹਿਗੁਰੂ ਨਹੀਂ ਨਿਕਲਦਾ। ਪਰ ਸੰਗਤ ਵਿੱਚ ਜਦੋਂ ਰੱਬ ਦੀ ਵਡਿਆਈ, ਰੱਬ ਦੀ ਸਿਫਤ ਸੁਣਦੇ ਆ ਤੇ ਰੱਬ ਦੇ ਗੁਣਾਂ ਨੂੰ ਸੁਣ ਕਰਕੇ, ਪਰਮਾਤਮਾ ਦੀ ਸਿਫਤ ਸੁਣ ਕੇ ਕਈ ਸਰੀਰਾਂ ਦੇ ਮੁਖੋਂ ਸਹਿਜ ਸੁਭਾਏ ਵਾਹਿਗੁਰੂ ਨਿਕਲ ਜਾਂਦਾ ਹੈ।
ਧੰਨ ਗੁਰੂ ਨਾਨਕ ਨਿਕਲ ਜਾਂਦਾ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਕਲ ਜਾਂਦਾ ਹੈ। ਸੋ ਇਹ ਹੈ ਪ੍ਰਮਾਤਮਾ ਦੇ ਨਾਮ ਦੀ ਵਡਿਆਈ, ਪ੍ਰਮਾਤਮਾ ਦੀ ਸਿਫਤ ਸਲਾਹ ਦਾ ਮਹਾਤਮ, ਕਿ ਜਦੋਂ ਪ੍ਰਮਾਤਮਾ ਨੂੰ ਸੁਣਦੇ ਆ, ਪ੍ਰਮਾਤਮਾ ਦੀ ਵਡਿਆਈ ਨੂੰ ਸੁਣਦੇ ਆ, ਤੇ ਸਾਡੇ ਜ਼ੁਬਾਨ ਨੂੰ ਪ੍ਰਮਾਤਮਾ ਦੇ ਨਾਮ ਨੂੰ ਜਪਣ ਦੀ ਤਾਕਤ ਮਿਲ ਜਾਂਦੀ ਹੈ। ਤੇ ਗੁਰ ਪ੍ਰਸਾਦ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਪ੍ਰਮਾਤਮਾ ਦੀ ਰਹਿਮਤ ਕਿਰਪਾ ਬਖਸ਼ਿਸ਼ ਤੋਂ ਬਿਨਾ ਨਾਮ ਨਹੀਂ ਜਪਿਆ ਜਾਂਦਾ। ਇਸੇ ਕਰਕੇ ਸਾਡੇ ਪੂਰਵਜਾਂ ਨੇ ਜਦੋਂ ਅਰਦਾਸ ਲਿਖੀ, ਤੇ ਅਰਦਾਸ ਦੇ ਵਿੱਚ ਜਿੱਥੇ ਇਹ ਮੰਗਾਂ ਕੀਤੀਆਂ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਉੱਥੇ ਸਭ ਤੋਂ ਵੱਡੀ ਅਨਮੋਲ ਦਾਤ ਦਾਨਾ ਸਿਰਦਾਨ ਨਾਮਦਾਨ ਦੀ ਵੀ ਮੰਗ ਕੀਤੀ ਕਿ ਸਤਿਗੁਰੂ ਜੀ ਸਿੱਖਾਂ ਨੂੰ ਨਾਮ ਜਪਣ ਦੀ ਦਾਤ ਦਿਓ, ਸਿੱਖ ਅੰਮ੍ਰਿਤ ਵੇਲੇ ਦਾ ਅਭਿਆਸੀ ਹੋਵੇ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਸਿਫਤ, ਪਰਮਾਤਮਾ ਦੇ ਗੁਣਾਂ ਨੂੰ ਸੁਣ ਕੇ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਤਾਕਤ ਮਿਲਦੀ ਹੈ। ਸਾਡੇ ਮੁਖਾਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਉਹ ਲਿਆ ਜਾਂਦਾ ਹੈ। ਇਤਿਹਾਸ ਦੇ ਵਿੱਚ ਮਿਲਦਾ, ਭਾਈ ਲਹਿਣਾ ਜੀ ਨੇ ਵੀ ਗੁਰਸਿੱਖ ਪਾਸੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸੁਣੀ। ਅੰਮ੍ਰਿਤ ਬਾਣੀ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਤੀ ਪ੍ਰੇਮ ਜਾਗਿਆ, ਤੇ ਖੁਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰਿਆਂ ਵਾਸਤੇ ਗਏ। ਤੇ ਵੇਖੋ, ਜਿਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰਿਆਂ ਲਈ ਗਏ, ਭਾਈ ਲਹਿਣਾ ਜੀ ਉਹ ਘੋੜੇ ਤੇ ਸਵਾਰ ਹੋ ਕਰਕੇ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਮਿਲ ਗਏ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਪਤਾ ਪੁੱਛਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ, ਪੁਰਖਾ ਮੈਂ ਤੈਨੂੰ ਲੈ ਚੱਲਾਂਗਾ, ਆ ਘੋੜੇ ਦੀਆਂ ਲਗਾਮਾਂ ਮੈਨੂੰ ਪਕੜਾ ਦੇ। ਤੇ ਭਾਈ ਲਹਿਣਾ ਜੀ ਨੇ ਘੋੜੇ ਦੀਆਂ ਲਗਾਮਾਂ ਉਹ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਦੇ ਦਿੱਤੀ। ਇੱਥੋਂ ਇਹ ਸਿੱਖਿਆ ਵੀ ਬੜੀ ਵੱਡੀ ਮਿਲੀ ਵੀ ਗੁਰੂ ਨਾਨਕ ਦਾ ਪਤਾ ਉਹਨੂੰ ਹੀ ਮਿਲ ਸਕਦਾ ਹੈ ਜਿਹੜਾ ਆਪਣੇ ਮਨ ਰੂਪੀ ਘੋੜੇ ਦੀਆਂ ਲਗਾਮਾਂ ਉਹ ਗੁਰੂ ਨੂੰ ਸਮਰਪਿਤ ਕਰ ਦਿੰਦਾ। ਜਦੋਂ ਤੱਕ ਮਨ ਰੂਪੀ ਘੋੜੇ ਦੀਆਂ ਲਗਾਮਾਂ ਸਤਿਗੁਰੂ ਦੇ ਹੱਥਾਂ ਵਿੱਚ ਨਹੀਂ ਦਿੰਦਾ, ਇਹ ਮਨ ਉਦੋਂ ਤੱਕ ਦੁਨੀਆ ਵਿੱਚ ਹੀ ਭੱਜਦਾ ਰਹਿੰਦਾ। ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੇ। ਉਦੋਂ ਤੱਕ ਮਨ ਰੂਪੀ ਘੋੜਾ ਬਾਹਰ ਰੂਪੀ ਦੌੜਾਂ ਹੀ ਦੌੜਦਾ, ਪਰ ਜਦੋਂ ਘੋੜੇ ਦੀਆਂ ਮਨ ਰੂਪੀ ਘੋੜੇ ਦੀਆਂ ਲਗਾਮਾਂ ਗੁਰੂ ਨੂੰ ਦੇ ਦਿੰਨੇ, ਫਿਰ ਇਹ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਦੋਂ ਮਨ ਗੁਰੂ ਨੂੰ ਵੇਚ ਦਿੰਨੇ ਆ, ਉਦੋਂ ਹੀ ਸਾਡੇ ਕਾਰਜ ਰਾਸ ਹੁੰਦੇ ਨੇ। ਤੇ ਦੂਸਰਾ, ਬਾਬਾ ਅਮਰਦਾਸ ਜੀ ਦੇ ਜੀਵਨ ਦੇ ਵਿੱਚੋਂ ਵੀ ਆਪ ਸਭ ਸੰਗਤਾਂ ਨੂੰ ਇਹ ਮਿਲਦਾ ਹੈ ਪੜ੍ਹਨ ਸੁਣਨ ਨੂੰ, ਕਿ ਬਾਬਾ ਅਮਰਦਾਸ ਜੀ ਨੇ ਵੀ ਬੀਬੀ ਅਮਰੋ ਜੀ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਭਰਿਆ, ਰਸ ਭਰਿਆ ਸ਼ਬਦ ਹੀ ਸਰਵਣ ਕੀਤਾ ਸੀ ਅੰਮ੍ਰਿਤ ਵੇਲੇ। ਜਿਸ ਵਕਤ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਵਣ ਕੀਤਾ, ਅੰਦਰ ਦਾ ਹੀ ਠੰਡ ਪੈ ਗਈ, ਅੰਦਰ ਤਾਈਂ ਨਾਮ ਦੀ ਕਲਾ ਵਰਤ ਗਈ। ਅੱਜ ਹੋ ਕੀ ਰਿਹਾ? ਅੱਜ ਹਰ ਇੱਕ ਵਿਅਕਤੀ ਕਹਿ ਰਿਹਾ ਕਲਯੁਗ ਹੈ, ਕਲਯੁਗ ਦਾ ਪ੍ਰਕੋਪ ਹੈ, ਹਰ ਪਾਸੇ ਅਗਨੀ ਫੈਲ ਰਹੀ ਹੈ, ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ ਹੈ। ਪਰ ਖਾਲਸਾ ਜੀ, ਇਸ ਕਲਯੁਗ ਦੇ ਵਿੱਚ ਜਿੰਨੇ ਸਾਧਨ ਬਾਣੀ ਸੁਣਨ ਦੇ ਨੇ, ਇੰਨੇ ਸਾਧਨ ਪੁਰਾਣੇ ਸਮੇਂ ਵਿੱਚ ਨਹੀਂ ਸਨ। ਅੱਜ ਕੋਈ ਵੀ ਸੱਜਣ ਆਪਣੇ ਕਾਰੋਬਾਰ ਵੀ ਕਰਦਾ ਹੋਵੇ, ਦੁਕਾਨ ਤੇ ਬੈਠਾ ਹੋਵੇ, ਘਰ ਵਿੱਚ ਬੈਠਾ ਹੋਵੇ, ਸਾਰਾ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਂ ਉਸ ਤਰ੍ਹਾਂ ਵੀ ਗੁਰਬਾਣੀ ਦੀਆਂ ਰਿਕਾਰਡਿੰਗ ਉਹ ਮੋਬਾਈਲ ਫੋਨਾਂ ਤੇ ਸੁਣਨ ਨੂੰ ਮਿਲ ਜਾਂਦੀਆਂ। ਜੇ ਸਿੱਖ ਸ਼ਰਧਾ ਭਾਵਨਾ ਧਾਰ ਕੇ ਸੁਣਨ ਦਾ ਚਾਹਵਾਨ ਹੋਵੇ, ਭਾਵੇਂ ਸਾਰਾ ਦਿਨ ਸਾਰੀ ਰਾਤ ਗੁਰਬਾਣੀ ਸੁਣੀ ਜਾਵੇ, ਤੇ ਗੁਰਬਾਣੀ ਦੇ ਕੀਰਤਨ ਦਾ ਖਜ਼ਾਨਾ ਨਹੀਂ ਮੁੱਕਦਾ। ਸੋ ਇਨ੍ਹਾਂ ਕਲਯੁਗ ਦੇ ਵਿੱਚ ਸਾਧਨ ਬੜੇ ਨੇ ਭਗਤੀ ਦੇ, ਪਰ ਸਾਡਾ ਮਨ ਬੇਈਮਾਨ ਹੋ ਗਿਆ, ਮਨ ਆਲਸੀ ਹੋ ਗਿਆ, ਦਰਿਦਰੀ ਹੋ ਗਿਆ। ਪਰ ਜੇ ਪ੍ਰੇਮ ਭਾਵਨਾ ਦੇ ਨਾਲ ਸ਼ਬਦ ਨੂੰ ਸੁਣਾਂਗੇ, ਕੀਰਤਨ ਨੂੰ ਸੁਣਾਂਗੇ, ਤੇ ਸੱਚ ਜਾਣਿਓ ਜਿੱਥੇ ਅੰਦਰ ਠੰਡ ਵਰਤੇਗੀ, ਸਾਡੇ ਘਰਾਂ ਦੇ ਵਿੱਚ ਵੀ ਨਾਮ ਦੀ ਕਲਾ ਵਰਤੇਗੀ। ਕਈ ਗੁਰਸਿੱਖ ਇਹ ਯਤਨ ਕਰਦੇ ਵੀ ਨੇ
ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਕਰਨਾ ਚਾਹੀਦਾ। ਵੀ ਇੱਕ ਤਾਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਪਰਿਵਾਰ ਨਾਲ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ। ਦੂਸਰਾ, ਜਿੱਥੇ ਸਾਰੇ ਪਰਿਵਾਰ ਨਾਲ ਬੈਠ ਕੇ ਆਪਾਂ ਆਪਣੇ ਘਰ ਦੀ ਤਰੱਕੀ ਬਾਰੇ, ਕਾਰੋਬਾਰ ਦੀ ਤਰੱਕੀ ਬਾਰੇ ਵਿਚਾਰਾ ਕਰਦੇ ਹਾਂ, ਹੈਰਾਨੀ ਦੀ ਗੱਲ ਹੈ, ਸੰਸਾਰਿਕ ਪੱਧਰ ਤੇ ਤਰੱਕੀ ਕਰਨ ਵਾਸਤੇ ਇਨਸਾਨ ਆਪਣੇ ਧੀਆਂ ਪੁੱਤਰਾਂ ਨਾਲ ਬੈਠਦਾ ਹੈ, ਪਰਿਵਾਰ ਦੇ ਜੀਆਂ ਨਾਲ ਬੈਠਦਾ ਹੈ। ਸੰਸਾਰ ਦੀ ਤਰੱਕੀ ਵਾਸਤੇ ਤੇ ਧੀਆਂ ਪੁੱਤਰਾਂ ਨਾਲ ਵਿਚਾਰਾ ਕਰਦਾ ਹੈ, ਪਰ ਅਧਿਆਤਮਕ ਦੀ ਤਰੱਕੀ ਵਾਸਤੇ ਆਪਣੇ ਪਰਿਵਾਰ ਦੇ ਜੀਆਂ ਨਾਲ, ਧੀਆਂ ਪੁੱਤਰਾਂ ਨਾਲ ਵਿਅਕਤੀ ਘੱਟ ਹੀ ਬੈਠਿਆ ਕਰਦਾ। ਪਰ ਯਤਨ ਕਰਨਾ ਚਾਹੀਦਾ ਹੈ ਕਿ ਆਪਣੇ ਪਰਿਵਾਰ ਦੇ ਜੀਆਂ ਨਾਲ, ਬੱਚਿਆਂ ਦੇ ਨਾਲ, ਧੀਆਂ ਪੁੱਤਰਾਂ ਨਾਲ ਬੈਠ ਕਰਕੇ ਨਿਤਨੇਮ ਕਰੇ। ਉਸ ਤੋਂ ਬਾਅਦ ਫਿਰ ਘਰ ਦੇ ਵਿੱਚ ਭਾਵੇਂ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਸੁਣੀ ਜਾਵੇ, ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ ਦੇ ਕੀਰਤਨ ਦੀ ਧੁਨੀ ਚੱਲਦੀ ਰਹੇ, ਤੇ ਘਰ ਦੇ ਵਿੱਚ ਵੀ ਸਦਾ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ। ਘਰ ਦਾ ਮਾਹੌਲ ਚੇਂਜ ਹੋ ਜਾਂਦਾ, ਵਾਈਬ੍ਰੇਸ਼ਨ ਚੇਂਜ ਹੋ ਜਾਂਦੀਆਂ। ਸੋ ਇਹ ਗੁਰਬਾਣੀ ਨੂੰ, ਕੀਰਤਨ ਨੂੰ, ਪਰਮਾਤਮਾ ਦੇ ਨਾਮ ਨੂੰ ਸੁਣਨ ਦਾ ਮਹੱਤਮ ਹੈ। ਵੀ ਜਿਹੜਾ ਨਾਮ ਸੁਣਦਾ ਹੈ ਉਹਦੇ ਅੰਦਰ ਨਾਮ ਦੀ ਠੰਡ ਜ਼ਰੂਰ ਵਰਤਦੀ ਹੈ, ਉਹੀ ਗੁਰੂ ਤੱਕ ਪਹੁੰਚਦਾ ਹੈ। ਜਿਵੇਂ ਭਾਈ ਲਹਿਣਾ ਜੀ ਪਹੁੰਚੇ, ਜਿਵੇਂ ਬਾਬਾ ਅਮਰਦਾਸ ਜੀ ਪਹੁੰਚੇ, ਜਿਸ ਤਰ੍ਹਾਂ ਭਾਈ ਬਿਧੀ ਚੰਦ ਜੀ ਨੇ ਭਾਈ ਅਦਲੀਆ ਜੀ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਰਵਣ ਕੀਤੀ, ਤੇ ਬਾਬਾ ਬਿਧੀ ਚੰਦ ਜੀ ਭਾਈ ਅਦਲੀਆ ਜੀ ਤੋਂ ਸਤਿਗੁਰੂ ਦੀ ਵਡਿਆਈ ਸੁਣ ਕਰਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ। ਤੇ ਜਦੋਂ ਸਤਿਗੁਰੂ ਦੀ ਵਡਿਆਈ ਸੁਣੀ ਭਾਈ ਅਦਲੀਆ ਜੀ ਤੋਂ, ਤੇ ਗੁਰੂ ਦਰਬਾਰ ਵਿੱਚ ਆ ਕਰਕੇ ਗੁਰੂ ਦੀ ਸੇਵਾ ਕੀਤੀ। ਕਹਿੰਦੇ ਸੇਵਾ ਕਰਦੇ ਕਰਦੇ ਐਸਾ ਮਾਣ ਵੀ ਹਾਸਲ ਹੋ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਰੁਤਬਾ ਦੇ ਦਿੱਤਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਆਪਣੇ ਸੀਨੇ ਦਾ ਮਾਣ ਦੇ ਦਿੱਤਾ। ਪਰ ਇਹ ਮਾਣ ਤਾਂ ਮਿਲਦਾ ਜਦੋਂ ਪਹਿਲਾਂ ਸੁਣਿਆ ਹੈ, ਸੁਣ ਕੇ ਮੰਨਿਆ ਹੈ, ਤੇ ਮੰਨ ਕੇ ਫਿਰ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ, ਤਾਂ ਜਾ ਕੇ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਹੀ ਮੁੱਖ ਦੇ ਵਿੱਚ ਇਹ ਤਾਕਤ ਹੁੰਦੀ ਹੈ, ਇਹ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰ ਸਕੇ। ਅੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੁਣਿਆ ਜੋਗ ਜੁਗਤ ਤਨ ਭੇਦ। ਪੁਰਾਣੇ ਸਮੇਂ ਦੇ ਵਿੱਚ ਜੋਗੀ ਜਨ ਜੋਗ ਮਤ ਦੇ ਦੁਆਰਾ ਸਰੀਰ ਦੀਆਂ ਨਾੜੀਆਂ ਦੇ, ਸਰੀਰ ਦੀਆਂ ਇੰਦਰੀਆਂ ਦੇ ਕਾਫੀ ਭੇਤ ਲੋਕਾਂ ਨੂੰ ਦੱਸਿਆ ਕਰਦੇ ਸੀ। ਸਰੀਰ ਦੇ ਕਈ ਚੱਕਰ ਲੋਕਾਂ ਨੂੰ ਦੱਸ ਦੇਣੇ, ਤੇ ਜੋਗ ਮਤ ਦੁਆਰਾ ਚੱਕਰ ਦੱਸ ਕਰਕੇ ਲੋਕਾਂ ਨੂੰ ਚੱਕਰਾਂ ਦੇ ਵਿੱਚ ਹੀ ਪਾ ਦੇਣਾ। ਲੋਕ ਉਸੇ ਕਿਰਿਆਵਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਸੀ, ਸਰੀਰ ਦੇ ਚੱਕਰਾਵਾਂ ਦੇ ਵਿੱਚ ਹੀ ਉਲਝ ਕੇ ਚੱਕਰਾਂ ਵਿੱਚ ਪੈ ਜਾਂਦੇ ਸੀ, ਪਰ ਪਰਮਾਤਮਾ ਦੀ ਪ੍ਰਾਪਤੀ ਕੋਈ ਨਹੀਂ ਸੀ ਹੁੰਦੀ। ਤੇ ਆਪਣੇ ਹੀ ਜੋਗ ਮਤ ਦਾ ਹੰਕਾਰ ਹੋ ਜਾਂਦਾ ਸੀ ਕਿ ਮੈਂ ਇਤਨਾ ਜੋਗ ਅਭਿਆਸ ਕਰ ਲਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਸਰੀਰ ਦੇ ਚੱਕਰਾਂ ਦੇ ਵਿੱਚ ਉਲਝਣ ਵਾਲਿਆ ਚੇਤੇ ਰੱਖੀ, ਸਰੀਰ ਦੇ ਚੱਕਰਾਂ ਦਾ ਭੇਦ ਸਮਝਣ ਤੋਂ ਪਹਿਲਾਂ ਤੈਨੂੰ ਮੌਤ ਨੇ ਆਪਣੇ ਚੱਕਰ ਵਿੱਚ ਉਲਝਾ ਲੈਣਾ। ਇਸ ਕਰਕੇ ਤੂੰ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ, ਪਰਮਾਤਮਾ ਦੇ ਨਾਮ ਨੂੰ ਜਪ, ਪਰਮਾਤਮਾ ਦੇ ਨਾਮ ਨੂੰ ਸੁਣਿਆ ਕਰ। ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਆਪਣੇ ਆਪ ਹੀ ਇਹ ਸਰੀਰ ਦੇ ਤੇ ਆਤਮਾ ਦੇ ਸਾਰੇ ਭੇਦ ਹੀ ਖੁੱਲ ਜਾਣਗੇ। ਕਿਉਂਕਿ ਵਿਅਕਤੀ ਆਪਣੇ ਸਰੀਰ ਦੀ ਖੋਜ ਤਾਂ ਬਹੁਤ ਕਰ ਰਿਹਾ, ਪਰ ਆਪਣੀ ਅੰਤਰ ਆਤਮਾ ਦੀ ਖੋਜ ਨਹੀਂ ਕਰਦਾ। ਆਹ ਮਿੱਟੀ ਦੇ ਪੁਤਲੇ ਨੂੰ ਜੋ ਜਨਮ ਤੋਂ ਬਾਅਦ ਮਾਂ ਪਿਓ ਨੇ ਨਾਮ ਦੇ ਦਿੱਤਾ, ਸਾਰੀ ਉਮਰ ਉਸੇ ਨਾਮ ਦਾ ਢੋਲ ਵਜਾਉਂਦਾ, ਪਰ ਕਦੇ ਵੀ ਇਕੱਲਿਆਂ ਬੈਠ ਕਰਕੇ ਇਹ ਨਹੀਂ ਸੋਚਦਾ ਵੀ ਮਿੱਟੀ ਦੇ ਪੁਤਲੇ ਦੇ ਅੰਦਰ ਜੋ ਵਰਤ ਰਿਹਾ ਉਹ ਕੌਣ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵੀ ਮਿੱਟੀ ਦਾ ਪੁਤਲਾ ਬਾਹਰੋਂ ਨਜ਼ਰ ਆਉਂਦਾ, ਪਰ ਆਪਣੇ ਆਪੇ ਨੂੰ ਇੱਕ ਸਵਾਲ ਕਰੀ, ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਤੀਕ ਨਾ ਜਾਨੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਤੇਰੇ ਅੰਤਰ ਆਤਮਾ ਕਿੰਨੀਆਂ ਮੁੱਦਤਾਂ ਤੋਂ ਜਨਮ ਧਾਰ ਰਹੀ ਹੈ,
ਫਿਰ ਸਰੀਰ ਬਦਲ ਰਹੀ ਹੈ, ਫਿਰ ਜਨਮ ਧਾਰ ਰਹੀ ਹੈ, ਤੈਨੂੰ ਤੇਰੀ ਅੰਤਰ ਆਤਮਾ ਦੀ ਸੋਝੀ ਨਹੀਂ। ਪਰ ਜਦੋਂ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਯਤਨ ਕਰਦੇ, ਫਿਰ ਇਹ ਸੋਝੀ ਹੁੰਦੀ ਹੈ। ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੇ ਹੁਕਮ ਨੂੰ ਸੁਣ ਕਰਕੇ ਕਿ ਮਿੱਟੀ ਦਾ ਪੁਤਲਾ, ਉਹਦੀ ਹੋਂਦ ਵੱਖਰੀ ਹੈ ਤੇ ਅੰਤਰ ਆਤਮਾ ਦੀ ਹੋਂਦ ਵੱਖਰੀ ਹੈ। ਸਰੀਰ ਵੱਖਰਾ ਹੈ, ਆਤਮਾ ਵੱਖਰੀ ਹੈ। ਸਰੀਰ ਨੇ ਮਿੱਟੀ ਵਿੱਚ ਮਿੱਟੀ ਹੋ ਜਾਣਾ, ਪਰ ਅੰਤਰ ਆਤਮਾ ਨੇ ਜੇ ਰਹਿੰਦੇ ਸਮੇਂ ਵਿੱਚ ਨਾਮ ਨਹੀਂ ਜਪਿਆ ਤੇ ਅੰਤਰ ਆਤਮਾ ਭਟਕੇਗੀ, ਤੇ ਜੇ ਰਹਿੰਦੇ ਸਮੇਂ ਵਿੱਚ ਨਾਮ ਜਪਿਆ, ਸਵਾਸਾਂ ਨੂੰ ਸਫਲਾ ਕੀਤਾ, ਤੇ ਆਤਮਾ ਪਰਮ ਆਤਮਾ ਵਿੱਚ ਜਾ ਕੇ ਜ਼ਰੂਰ ਮਿਲੇਗੀ, ਉਸ ਪਰਮ ਜੋਤੀ ਵਿੱਚ ਮਿਲੇਗੀ। ਤੇ ਜਦੋਂ ਪਰਮ ਜੋਤੀ ਵਿੱਚ ਮਿਲੇਗੀ ਤਾਂ ਜਾ ਕਰਕੇ ਇਹ ਯਾਤਰਾ ਸੰਪੂਰਨ ਹੋਵੇਗੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਤਾਂ ਸੰਪੂਰਨ ਹੋਵੇਗੀ ਜੇ ਆਤਮਾ ਦੀ ਜੋਤ ਪਰਮ ਆਤਮਾ ਦੇ ਵਿੱਚ ਮਿਲ ਜਾਵੇਗੀ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਵੀ ਨਾਮ ਨੂੰ ਸੁਣ ਕਰਕੇ ਆਪਣੇ ਆਪ ਹੀ ਇਹ ਸਰੀਰ ਦੇ ਸਾਰੇ ਭੇਦ, ਸਾਰੀਆਂ ਜੁਗਤੀਆਂ ਦੀ ਸੋਝੀ ਹੋ ਜਾਂਦੀ ਹੈ, ਭੇਦ ਖੁੱਲ ਜਾਂਦੇ ਨੇ ਜਦੋਂ ਰੋਜ਼ਾਨਾ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ। ਜਪਜੀ ਸਾਹਿਬ ਦੇ ਵਿੱਚ ਇੱਕ ਹੋਰ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਵੀ ਹੁੰਦਾ ਹੈ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਪਰਮਾਤਮਾ ਦੇ ਨਾਮ ਨੂੰ ਕਿਸ ਤਰ੍ਹਾਂ ਜਪਿਆ ਜਾਵੇ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਗਾਇਆ ਕਰ। ਜਦੋਂ ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ ਜਾਂ ਨਿਤਨੇਮ ਕਰਨਾ, ਭੱਜ ਦੌੜ ਦੇ ਵਿੱਚ ਨਿਤਨੇਮ ਨਾ ਕਰੀ। ਇੰਨੇ ਕਿ ਪਿਆਰ ਦੇ ਨਾਲ ਗਾ ਕਰਕੇ ਵਾਹਿਗੁਰੂ ਨੂੰ ਜਪੀ, ਪਿਆਰ ਨਾਲ ਵਾਹਿਗੁਰੂ ਗੁਰਮੰਤਰ ਗਾਵੀਂ, ਆਪਣੇ ਪਿਆਰੇ ਨੂੰ ਆਵਾਜ਼ਾਂ ਲਾਵੀਂ, ਤਾਂ ਜਾ ਕਰਕੇ ਤੇਰਾ ਜਪਿਆ ਪ੍ਰਵਾਨ ਹੋਵੇਗਾ। ਤੇ ਫਿਰ ਅਭਿਆਸੀ ਗੁਰਸਿੱਖਾਂ ਦੇ ਇਹ ਨੇਮ ਨੇ ਵੀ ਜੇ ਸਿਮਰਨ ਕੀਤਾ, ਵਾਹਿਗੁਰੂ ਸਿਮਰਨ ਦਾ ਅਭਿਆਸ ਕੀਤਾ, ਤੇ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਤੋਂ ਬਾਅਦ ਇੱਕੋ ਦਮ ਖੜੇ ਨਹੀਂ ਹੋ ਜਾਣਾ, ਬਲਕਿ ਨਾਮ ਦੇ ਅਭਿਆਸ ਤੋਂ ਬਾਅਦ ਕੁਝ ਪਲ ਚੌਂਕੜਾ ਮਾਰ ਕਰਕੇ, ਨੇਤਰ ਬੰਦ ਕਰਕੇ, ਸਾਵਧਾਨ ਇਕਾਗਰ ਚਿੱਤ ਹੋ ਕਰਕੇ ਜੋ ਜਪਿਆ ਉਸ ਜਪੇ ਹੋਏ ਨੂੰ ਸੁਣਨ ਦਾ ਵੀ ਯਤਨ ਕਰਨਾ। ਗਾਵੀਐ ਸੁਣੀਐ, ਪਹਿਲਾਂ ਗਾਉਣਾ ਹੈ, ਫਿਰ ਗਾ ਕਰਕੇ ਸੁਣਨਾ ਹੈ। ਤੇ ਜੇ ਨਿਤਨੇਮ ਕਰਨਾ ਹੈ ਤੇ ਬਾਣੀ ਵੀ ਇਸ ਤਰ੍ਹਾਂ ਗਾ ਗਾ ਕੇ ਪੜ੍ਹਨੀ ਹੈ ਵੀ ਕੰਨਾਂ ਨੂੰ ਸੁਣਾਈ ਵੀ ਦੇਵੇ। ਅੱਜ ਵਿਅਕਤੀ ਕੀ ਕਰਦਾ ਹੈ, ਭੱਜ ਦੌੜ ਦੇ ਵਿੱਚ ਜਦੋਂ ਨਿਤਨੇਮ ਕਰਦੇ ਆ ਤੇ ਪਹਿਲੀ ਗੱਲ ਤੇ ਪੜ੍ਹ ਕੇ ਨਹੀਂ ਕਰਦੇ, ਜ਼ਿਆਦਾਤਰ ਮੋਬਾਈਲ ਫੋਨਾਂ ਦੇ ਵਿੱਚੋਂ ਨਿਤਨੇਮ ਕਰਦੇ, ਤੇ ਰਸਨਾ ਖਾਮੋਸ਼ ਕਰਕੇ, ਜ਼ੁਬਾਨ ਬੰਦ ਕਰਕੇ ਆਪਾਂ ਆਪਣੇ ਅੰਦਰ ਪੜ੍ਹਨ ਦਾ ਯਤਨ ਕਰਦੇ ਹਾਂ। ਉਂਗਲ ਅਗਾਂਹ ਨੂੰ ਫੇਰੀ ਜਾਂਦੇ ਹਾਂ, ਪਾਠ ਅਗਾਂਹ ਲੰਘੀ ਜਾਂਦਾ ਹੈ, ਨਾ ਸਾਡੇ ਕੰਨਾਂ ਨੂੰ ਸੁਣਾਈ ਦਿੰਦਾ ਹੈ, ਨਾ ਸਾਡੇ ਮਨ ਨੂੰ ਸੁਣਾਈ ਦਿੰਦਾ ਹੈ। ਇੱਕ ਓੰਕਾਰ ਦਾ ਸ਼ੁਰੂ ਹੋਏ ਦਾ ਪਤਾ ਲੱਗਦਾ ਹੈ, ਅਖੀਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਨਾਲ ਦਾ ਹੀ ਪਤਾ ਲੱਗਦਾ। ਪਰ ਵਿਚਕਾਰ ਜੋ ਸਤਿਗੁਰੂ ਦੇ ਬਚਨ ਨੇ ਉਹ ਸੁਣਦੇ ਹੀ ਨਹੀਂ। ਇਸ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਜਾਂ ਜਿਨ੍ਹਾਂ ਨੇ ਜਪਿਆ, ਭਾਈ ਰਣਧੀਰ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਉਹਨਾਂ ਜਪਣ ਵਾਲਿਆਂ ਨੇ ਇਹੀ ਹਦਾਇਤ ਕੀਤੀ ਵੀ ਇਸ ਤਰ੍ਹਾਂ ਜਪ ਜਿਵੇਂ ਗੁਰੂ ਨਾਨਕ ਤੇਰੇ ਸਾਹਮਣੇ ਹਾਜ਼ਰ ਹੈ। ਤੇ ਜਿਸ ਤਰ੍ਹਾਂ ਆਪਾਂ ਗੱਲਾਂ ਕਰਦੇ ਹਾਂ ਇੱਕ ਦੂਸਰੇ ਵਿਅਕਤੀ ਦੇ ਨਾਲ, ਇਸ ਤਰ੍ਹਾਂ ਗੁਰੂ ਨਾਲ ਗੱਲਾਂ ਕਰਦੇ ਹੋਏ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ, ਬਾਣੀ ਪੜਿਆ ਕਰ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਭਾਵਨਾ ਧਾਰ ਕੇ ਗਾਇਆ ਕਰ, ਤੇ ਫਿਰ ਗਾਉਣ ਤੋਂ ਬਾਅਦ, ਜਪਣ ਤੋਂ ਬਾਅਦ ਸੁਣਨ ਦਾ ਯਤਨ ਕਰਿਆ ਕਰ। ਸੋ ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੁਣਿਐ ਸਾਸਤ ਸਿਮਰਤ ਵੇਦ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਨਾਮ ਦੇ ਮਹਾਤਮ ਨੂੰ ਸੁਣਨ ਦਾ ਯਤਨ ਇਤਨਾ ਹੈ ਜਿਤਨਾ 6 ਸ਼ਾਸਤਰਾਂ 27 ਸਿਮਰਤੀਆਂ ਦੇ ਅਧਿਐਨ ਦਾ ਮਹਾਤਮ, ਉਸ ਤੋਂ ਵੀ ਕਈ ਗੁਣਾ ਵੱਧ ਮਹਾਤਮ ਨਾਮ ਨੂੰ ਸੁਣਨ ਦਾ ਹੈ। ਕਿਉਂਕਿ ਕਈ ਵਾਰ ਵਿਅਕਤੀ ਬਾਹਰਲੇ ਗ੍ਰੰਥਾਂ ਦਾ ਅਧਿਐਨ ਜਦੋਂ ਕਰਦਾ, ਭਾਵੇਂ ਧਾਰਮਿਕ ਗ੍ਰੰਥਾਂ ਦਾ ਵੀ ਅਧਿਐਨ ਕਰੇ,
ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਬਾਅਦ ਹਰ ਇੱਕ ਦੇ ਅੰਦਰ ਹੁੰਦਾ ਹੈ ਕਿ ਮੈਂ ਜਲਦੀ ਤੋਂ ਜਲਦੀ ਜੋ ਪੜ੍ਹਿਆ ਹੈ, ਜੋ ਅਧਿਐਨ ਕੀਤਾ ਹੈ, ਉਹ ਲੋਕਾਂ ਦੇ ਇਕੱਠ ਵਿੱਚ ਜਾ ਕਰਕੇ ਲੋਕਾਂ ਨੂੰ ਸੁਣਾ ਕੇ ਲੋਕਾਂ ਤੇ ਆਪਣਾ ਪ੍ਰਭਾਵ ਬਣਾਵਾਂ। ਪਰ ਧਾਰਮਿਕ ਗ੍ਰੰਥਾਂ ਦੇ ਅਧਿਐਨ ਤੋਂ ਬਾਅਦ ਉਹਨਾਂ ਗ੍ਰੰਥਾਂ ਦੇ ਸਾਰ ਤੱਤ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਇਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੇ ਨਾਮ ਦੇ ਮਹਾਤਮ ਨੂੰ ਕੋਈ ਸੁਣੇ, ਪਰਮਾਤਮਾ ਦੇ ਗੁਣਾਂ ਨੂੰ ਸੁਣੇ, ਪਰਮਾਤਮਾ ਦੀ ਸਿਫਤ ਸਲਾਹ ਸੁਣੇ, ਕਹਿੰਦੇ ਸ਼ਾਸਤਰਾਂ ਸਿਮਰਤੀਆਂ ਦੇ ਅਧਿਐਨ ਦੇ ਮਹਾਤਮ ਤੋਂ ਕਈ ਗੁਣਾ ਵੱਧ ਮਹਾਤਮ ਮਿਲਦਾ ਪਰਮਾਤਮਾ ਦੇ ਨਾਮ ਨੂੰ ਸੁਣ ਕੇ। ਵੇਖੋ ਸਾਧ ਸੰਗਤ ਜੀ, ਜਿਹੜੀਆਂ ਵਿਦਿਆ ਕਈ ਸਾਲਾਂ ਬੱਧੀ ਤਪੱਸਿਆ ਕਰਨ ਤੋਂ ਬਾਅਦ ਮਿਲਦੀਆਂ, ਉਹ ਕੇਵਲ ਇੱਕ ਵਾਰ ਵਾਹਿਗੁਰੂ ਗੁਰਮੰਤਰ ਕਹਿਣ ਤੇ ਹੀ ਓਨਾ ਵੱਡਾ ਮਹਾਤਮ ਮਿਲ ਜਾਂਦਾ। ਇੱਕ ਵਾਰ ਸਾਰੀ ਪ੍ਰੇਮ ਸਹਿਤ ਆਖੋ ਸਤਨਾਮ ਸ਼੍ਰੀ। ਕਿੰਨਾ ਵੱਡਾ ਮਹਾਤਮ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਵਿੱਚ ਭਰ ਦਿੱਤਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ਼੍ਰੀ ਗੁਰੂ ਨਾਨਕ ਜਪਿਓ ਸਹੀ, ਸਾ ਮੰਤਰ ਪ੍ਰਭ ਖਾਲ ਸਹਿਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੱਖਾ, ਇਹ ਜੋ ਵਾਹਿਗੁਰੂ ਗੁਰਮੰਤਰ ਖਾਲਸੇ ਦੀ ਝੋਲੀ ਵਿੱਚ ਪਾਇਆ, ਇਹ ਕੋਈ ਸੰਸਾਰ ਦੇ ਮਾਮੂਲੀ ਜਿਹੇ ਅੱਖਰ ਨਹੀਂ। ਚੇਤੇ ਰੱਖੀ, ਇਸੇ ਵਾਹਿਗੁਰੂ ਗੁਰਮੰਤਰ ਨੂੰ, ਇਸੇ ਸਤ ਕਰਤਾਰ ਦੀ ਸਤਨਾਮ ਵਾਹਿਗੁਰੂ ਦੀ ਧੁਨੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਤੇ ਬੈਠ ਕਰਕੇ ਜਪਿਆ ਹੈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਰਾਵੀ ਦਰਿਆ ਦੇ ਕਿਨਾਰੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਸੇ ਵਾਹਿਗੁਰੂ ਗੁਰਮੰਤਰ ਦੀ ਧੁਨੀ ਨੂੰ ਛੇੜਿਆ, ਵਾਹਿਗੁਰੂ ਸਿਮਰਨ ਨੂੰ ਜਪਿਆ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਨਿਆਮਤਾਂ, ਰਹਿਮਤਾਂ, ਬਖਸ਼ਿਸ਼ਾਂ ਇਸ ਵਾਹਿਗੁਰੂ ਗੁਰਮੰਤਰ ਦੇ ਵਿੱਚ ਭਰ ਦਿੱਤੀਆਂ। ਹੁਣ ਜਿਹੜਾ ਵੀ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੇਗਾ, ਰੋਜ਼ਾਨਾ ਘਰ ਦੇ ਵਿੱਚ ਔਂਕੜਾ ਲਾ ਕਰਕੇ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਅਭਿਆਸ ਕਰੇਗਾ, ਬਾਣੀ ਦਾ ਨਿਤਨੇਮ ਕਰੇਗਾ, ਸਤਿਗੁਰੂ ਕਹਿੰਦੇ ਜਿਹੜਾ ਸਿੱਖ ਰੋਜ਼ਾਨਾ ਸਿਮਰਨ ਕਰੇਗਾ, ਨਿਤਨੇਮ ਕਰੇਗਾ, ਉਸ ਸਿੱਖ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਖੁਦ ਚੌਂਕੜਾ ਲਾ ਕਰਕੇ ਸ਼ੁਭਾਏਮਾਨ ਹੋ ਜਾਣਗੇ, ਜਿਹੜਾ ਸਿੱਖ ਰੋਜ਼ਾਨਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੇਗਾ। ਸੋ ਇਹ ਮਹਾਤਮ ਹੈ ਨਾਮ ਦਾ, ਇਹ ਮਹਾਤਮ ਹੈ, ਵਡਿਆਈ ਹੈ ਪ੍ਰਮਾਤਮਾ ਦੇ ਨਾਮ ਦੀ। ਤੇ ਅੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ ਵੀ ਨਾਮ ਨੂੰ ਸੁਣ ਕਰਕੇ, ਪ੍ਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਜਿਹੜਾ ਇਨਸਾਨ ਹੈ ਇਹ ਬਦਲ ਜਾਂਦਾ ਹੈ। ਬਦਲ ਇਸ ਤਰ੍ਹਾਂ ਜਾਂਦਾ ਹੈ ਕਿ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਇਨਸਾਨ ਜਦੋਂ ਭਗਵਾਨ ਨੂੰ ਜਪਣ ਦਾ ਯਤਨ ਕਰਦਾ ਹੈ, ਭਗਵਾਨ ਨੂੰ ਜਪਦਾ ਜਪਦਾ ਭਗਵਾਨ ਦਾ ਰੂਪ ਹੋ ਜਾਂਦਾ ਹੈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਸਤਿਗੁਰੂ ਬਚਨ ਕਰਦੇ ਨੇ, ਨਾਨਕ ਭਗਤਾ ਸਦਾ ਵਿਗਾਸ। ਪਹਿਲਾ ਸੁਣਿਆ, ਫਿਰ ਭਗਤਾ ਵਿਗਾਸ, ਤੇ ਫਿਰ ਦੁਖ ਪਾਪ ਕਾ ਨਾਸ। ਇਹ ਚਾਰ ਅਵਸਥਾਵਾਂ ਵੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਨੂੰ ਸੁਣ ਕਰਕੇ ਜਿੱਥੇ ਭਗਤ ਹੋਵੇਗਾ, ਕਹਿੰਦੇ ਉੱਥੇ ਇੱਕ ਬੜੀ ਵੱਡੀ ਦਾਤ ਮਿਲ ਜਾਵੇਗੀ, ਸਦਾ ਖੇੜੇ ਵਿੱਚ ਟਿਕਿਆ ਰਹੇਗਾ। ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਕਿ ਜਦੋਂ ਭਗਤ ਪ੍ਰਹਿਲਾਦ ਜੀ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਹੁਣ ਉਹਨਾਂ ਦਾ ਜੋ ਪਿਤਾ ਹਰਨਾਕਸ਼ ਹੈ, ਉਹ ਚਾਹੁੰਦਾ ਨਹੀਂ ਵੀ ਇਹ ਪਰਮਾਤਮਾ ਦੇ ਨਾਮ ਦਾ ਜਪਣ ਕਰਨ। ਕਈ ਯਤਨ ਕੀਤੇ, ਕਦੇ ਸ਼ਸਤਰਾਂ ਨਾਲ ਡਰਾਇਆ, ਪਹਾੜਾਂ ਤੋਂ ਗੇਰਿਆ, ਹੋਲਕਾ ਭੂਆ ਦੀ ਗੋਦ ਵਿੱਚ ਬਿਠਾ ਕਰਕੇ ਅੱਗ ਦੇ ਵਿੱਚ ਵੀ ਚੌਂਕੜੇ ਲਵਾਤੇ, ਪਰ ਭਗਤ ਦੇ ਚਿਹਰੇ ਦੇ ਉੱਤੇ ਸ਼ਿਕਣ ਨਹੀਂ ਆਇਆ, ਭਗਤ ਦਾ ਚਿਹਰਾ ਮੁਰਝਾਇਆ ਨਹੀਂ। ਭਗਤ ਪ੍ਰਹਿਲਾਦ ਜੀ ਉਦੋਂ ਵੀ ਖਿੜੇ ਮੱਥੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ, ਪਰਮਾਤਮਾ ਦਾ ਜਪਣ ਕਰਦੇ।
ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਭਗਤ ਪ੍ਰਹਿਲਾਦ ਜੀ ਦੇ ਹਿਰਦੇ ਵਿੱਚ ਸਦਾ ਖੇੜਾ ਬਣਿਆ ਰਿਹਾ ਤੇ ਹਰਣਾਕਸ਼ ਦੇ ਇੰਨੇ ਯਤਨਾਂ ਤੋਂ ਬਾਅਦ ਵੀ ਭੈ ਭੀਤ ਨਹੀਂ ਹੋਏ। ਸਿੱਖਾ ਜੇ ਤੂੰ ਵੀ ਨਾਮ ਜਪੇਂਗਾ ਚੇਤੇ ਰੱਖੀ, ਜਿਵੇਂ ਪਰਮਾਤਮਾ ਨੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਹੈ, ਉਹ ਪਰਮਾਤਮਾ ਦੁਨੀਆ ਦੇ ਤਖਤੇ ਤੇ ਤੇਰੀ ਵੀ ਲਾਜ ਰੱਖੇਗਾ। ਪਰਮਾਤਮਾ ਦਾ ਤੇ ਸੁਭਾਅ ਹੈ, ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ ਪਰਮਾਤਮਾ ਉਹਦੀ ਲਾਜ ਰੱਖਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਪਰਮਾਤਮਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ। ਜਿਵੇਂ ਭਗਤ ਨਾਮਦੇਵ ਜੀ ਨੂੰ ਮੰਦਰ ਦੇ ਪੁਜਾਰੀਆਂ ਨੇ ਧੱਕੇ ਦਿੱਤੇ, ਪਰ ਫਿਰ ਵੀ ਮੰਦਰ ਦੇ ਪਿਛਲੇ ਬੂਹੇ ਤੇ ਬੈਠ ਕਰਕੇ ਪਰਮਾਤਮਾ ਨੂੰ ਖਿੜੇ ਮੱਥੇ ਜਪਿਆ ਤੇ ਪਰਮਾਤਮਾ ਨੇ ਭਗਤ ਦੀ ਲਾਜ ਰੱਖਣ ਵਾਸਤੇ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਸੋ ਭਗਤਾਂ ਦੇ ਚਿਹਰੇ ਤੇ ਸਦਾ ਖੇੜਾ ਬਣਿਆ ਰਹਿੰਦਾ ਹੈ, ਦੁੱਖਾਂ ਦੇ ਵਿੱਚ ਮਰਝਾਉਂਦੇ ਨਹੀਂ। ਅੱਗੇ ਸਤਿਗੁਰੂ ਬਚਨ ਕਰਦੇ, ਸੁਣਿਆ ਦੁੱਖ ਪਾਪ ਕਾ ਨਾਸ। ਕਹਿੰਦੇ ਜਿੱਥੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਭਗਤ ਹੁੰਦਾ ਹੈ, ਪਰਮਾਤਮਾ ਦੇ ਨਾਮ ਨੂੰ ਸੁਣ ਕੇ ਸਦਾ ਖੇੜਾ ਬਣਦਾ, ਉੱਥੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਮਨ ਬਾਂਛਤ ਫਲ ਪਾਵੈ ਸੋਈ, ਦੁੱਖ ਨਾ ਤਿਸੈ ਵਿਆਪਤ ਕੋਈ। ਜਹਾਂਗੀਰ ਬਾਦਸ਼ਾਹ ਦਾ ਇੱਕ ਵਜ਼ੀਰ ਹੋਇਆ, ਵਜ਼ੀਰ ਖਾਂ। ਉਹ ਵਜ਼ੀਰ ਖਾਂ ਦੇ ਪੇਟ ਵਿੱਚ ਤਕਲੀਫ ਹੋ ਗਈ, ਪਾਣੀ ਭਰ ਗਿਆ ਤੇ ਬਹੁਤ ਪੀੜਾ ਹੋਵੇ, ਵੈਦਾਂ ਤੋਂ ਇਲਾਜ ਨਾ ਹੋਵੇ। ਕਹਿੰਦੇ ਉਸ ਵਜ਼ੀਰ ਖਾਂ ਦੇ ਗਵਾਂਢ ਵਿੱਚ ਇੱਕ ਸਿੱਖ ਰਹਿੰਦਾ ਸੀ, ਸਤਿਗੁਰਾਂ ਦਾ ਰੋਜ਼ਾਨਾ ਬਾਣੀ ਪੜ੍ਹਦਾ ਸੀ ਉੱਚੀ ਉੱਚੀ ਪ੍ਰੇਮ ਦੇ ਨਾਲ। ਉਹ ਵਜ਼ੀਰ ਖਾਂ ਆਪਣੀ ਪੇਟ ਦੀ ਤਕਲੀਫ ਦੇ ਨਾਲ ਤੜਪ ਰਿਹਾ ਸੀ। ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਬਾਣੀ ਸੁਣ ਕਰਕੇ ਉਹਨੂੰ ਬੜਾ ਆਰਾਮ ਮਿਲਿਆ। ਬਾਣੀ ਸਮਾਪਤ ਹੋਈ, ਸਿੱਖ ਨੂੰ ਪੁੱਛਦਾ ਕਿਹਦਾ ਕਲਾਮ ਪੜ੍ਹਿਆ। ਉਹ ਸਿੱਖ ਕਹਿਣ ਲੱਗਾ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਸੁਖਮਨੀ ਸਾਹਿਬ। ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਵਜ਼ੀਰ ਖਾਂ ਕਹਿੰਦਾ ਮੈਨੂੰ ਸਤਿਗੁਰ ਕੋਲ ਲੈ ਜਾ। ਵਜ਼ੀਰ ਖਾਂ ਬਾਦਸ਼ਾਹ ਦਾ ਵਜ਼ੀਰ ਗੁਰੂ ਅਰਜਨ ਦੇਵ ਜੀ ਕੋਲ ਆਇਆ, ਕਹਿੰਦਾ ਮਹਾਰਾਜ ਮੇਰੀ ਬੰਦ ਖਲਾਸੀ ਕਰ ਦਿਓ, ਤਕਲੀਫ ਬਹੁਤ। ਸਤਿਗੁਰੂ ਦਾ ਸੁਭਾਅ ਸਿੱਖਾਂ ਨੂੰ ਵਡਿਆਈ ਦੇਣ ਦਾ। ਮਹਾਰਾਜ ਨੇ ਬਾਬਾ ਬੁੱਢਾ ਜੀ ਕੋਲ ਭੇਜਿਆ। ਬਾਬਾ ਬੁੱਢਾ ਜੀ ਕੋਲ ਗਿਆ, ਕਹਿੰਦਾ ਪੇਟ ਦੀ ਤਕਲੀਫ ਤੋਂ ਮੁਕਤੀ ਕਰ ਦਿਓ। ਬਾਬਾ ਬੁੱਢਾ ਜੀ ਸੇਵਾ ਕਰ ਰਹੇ ਸੀ, ਪਾਸੇ ਕਰਕੇ ਕਹਿੰਦੇ ਪਾਸੇ ਉਹ ਸੇਵਾ ਕਰਨ ਦੇ। ਉਹ ਫਿਰ ਵੀ ਖੜਿਆ ਰਿਹਾ ਅਡੋਲ ਚਿੱਤ ਤੇ ਬੜੇ ਪ੍ਰੇਮ ਨਾਲ ਤੱਕਦਾ ਰਿਹਾ। ਬਾਬਾ ਬੁੱਢਾ ਸਾਹਿਬ ਜੀ ਨੇ ਟੋਕਰੀ ਉਹਦੇ ਵੱਲ ਵਗਾਈ, ਕਹਿੰਦੇ ਟੋਕਰੀ ਪਕੜ ਕੇ ਸੇਵਾ ਕਰ। ਟੋਕਰੀ ਵਗਾਈ, ਉਹਦੇ ਪੇਟ ਤੇ ਵੱਜੀ, ਸਾਰਾ ਪਾਣੀ ਨਿਕਲ ਗਿਆ ਤੇ ਪੇਟ ਦੀ ਤਕਲੀਫ ਤੋਂ ਮੁਕਤ ਹੋ ਗਿਆ। ਸੋ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ ਵੀ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਪੌੜੀ ਦੇ ਵਿੱਚ ਨਾਮ ਦੇ ਸੁਣਨ ਦਾ ਮਹਾਤਮ ਦੱਸਿਆ ਹੈ। ਸਤਿਗੁਰ ਕਿਰਪਾ ਕਰਨ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਬਾਣੀ ਦੇ ਅਰਥ ਅਗਾਧ ਬੋਧ ਨੇ, ਰਸਨਾ ਦੁਆਰਾ ਕਥਨ ਨਹੀਂ ਕਰ ਸਕਦੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਆਪ ਸਭ ਸੰਗਤਾਂ ਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਇੱਥੇ ਹੀ ਸਤਿਗੁਰੂ ਨੂੰ ਹਾਜ਼ਰ ਜਾਣ ਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।